ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਹਾਂਜੀ ਮਨ ਸਾਚਾ ਮੁਖ ਸਾਚਾ ਸੋਏ। ਹਾਂਜੀ ਦੋਹੇ ਚਾਰ ਹੀ ਨਾਲ ਹੈ। ਹਾਂਜੀ ਹਾਂ ਠੀਕ ਹੈ। ਜਦ ਮਨ ਵਿੱਚ ਸਾਚਾ ਪ੍ਰਗਟ ਹੁੰਦਾ ਹੈ, ਹਾਂਜੀ ਮਨ ਵਿੱਚ ਮਨ ਸਾਧਿਆ ਜਾਂਦਾ, ਜਾਨੀ ਸਾਧਿਆ ਜਾਂਦਾ ਜਮਨ। ਹਾਂਜੀ ਮੁਖ ਦੇ ਵਿੱਚੋਂ ਵੀ ਜਦੋਂ ਹੀ ਸੱਚ ਪ੍ਰਗਟ ਹੋ ਸਕਦਾ ਤਦੇ ਹੀ ਸੱਚ ਬੋਲਿਆ ਸੱਚ। ਮੁਖੀ ਸਾਚਾ ਸੋਏ। ਹਾਂਜੀ ਹੋਏ ਉਹ ਮੁਖ ਦੇ ਵਿੱਚੋਂ ਉਹਦੇ ਜਦੋਂ ਹੀ ਨਿਕਲ ਸਕਦਾ ਜਾਂ ਉਹਦੇ ਮਨ ਵਿੱਚ ਸੱਚ ਹੋਵੇ। ਠੀਕ ਹੈ ਜੀ। ਜੇ ਮਨ ਵਿੱਚ ਸਾਚਾ ਹੋਵੇ ਤਾਂ ਭਾਂਡਾ ਭਾਂਡੇ ਚ ਬਸ ਉਹੀ ਬਾਲ ਨਿਕਲਣੀ ਹੈ ਨਾ। ਹਾਂਜੀ ਜੇ ਮਨ ਅੰਦਰ ਸਾਚਾ ਹੋਊ, ਜੇ ਉਹਨੂੰ ਸੱਚ ਸ਼ਬਦ ਸੁਣੂਗਾ ਤਾਂ ਹੀ ਉਹ ਸੁਣ ਕੇ ਬੋਲ ਸਕੂਗਾ। ਜੇ ਬੁਲਾਉਣ ਵਾਲਾ ਉਹਦੇ ਮਨ ਦੇ ਅੰਦਰ ਹੋਊ ਬੈਠਾ ਤਾਂ ਹੀ ਬੋਲ ਸਕੂਗਾ। ਠੀਕ ਹੈ ਜੀ। ਆਈ ਮੁੱਕ ਸੱਚ ਵਚਨ ਸੱਤ ਵਚਨ ਤਾਂ ਹੀ ਮੂੰਹ ਚੋਂ ਨਿਕਲਣਗੇ ਜੇ ਮਨ ਵਿੱਚ ਸਾਚਾ ਹੋਊਗਾ। ਠੀਕ ਹੈ ਜੀ। ਹਾਂਜੀ ਅਵਰ ਨ ਪੇਖੈ ਏਕਸ ਬਿਨ ਕੋਏ। ਉਹ ਜਿਹਦੇ ਮਨ ਵਿੱਚ ਸਾਚਾ ਹੁੰਦਾ ਹੈ ਨਾ, ਹਾਂਜੀ ਉਹ ਇੱਕ ਦੇਖਦਾ ਦੂਜਾ ਨਹੀਂ ਦੇਖਦਾ। ਦੋ ਸਰੀਰ ਨੇ ਸਾਡੇ। ਅੱਛਾ ਜੀ। ਇੱਕ ਤਾਂ ਬਾਹਰਲਾ ਸਰੀਰ ਹੈ ਕੱਪੜਾ, ਜਿਹਨੂੰ ਕਿਹਾ ਹੋਇਆ ਪੰਜ ਭੂਤਕ ਸਰੀਰ ਮਾਇਆ ਦਾ। ਹਾਂਜੀ ਇੱਕ ਪਹਿਲਾ ਸਰੀਰ ਹੈ, ਪਹਿਲਾ। ਅੱਛਾ ਜੀ। ਅਸਲੀ ਜਿਹੜਾ ਘਰ ਵਿੱਚ ਆਇਆ ਸੀ, ਜਿਹਦੇ ਤੇ ਕੱਪੜਾ ਚਾੜਿਆ ਮਾਇਆ ਦਾ ਕੱਪੜਾ ਲਿਆ ਜਿਹਨੇ ਪਾਇਆ, ਉਹ ਇੱਕ ਦੂਜੇ ਦੇਖਦਾ, ਦੂਆ ਸਰੀਰ ਨਹੀਂ ਦੇਖਦਾ। ਅੱਛਾ ਜੀ। ਨਿਰਾਕਾਰ ਦੇਖਦਾ, ਉਹ ਮਾਇਆ ਦੇਖਦਾ ਹੀ ਨਹੀਂ। ਮਾਇਆ ਝੂਠੀ ਹੈ, ਜੋਤ ਸੱਚੀ ਹੈ। ਜੋਤ ਦੇਖਦਾ, ਜਾਤ ਦੇਖਦਾ ਹੀ ਨਹੀਂ। ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਅੱਗੇ ਜਾਤ ਨਾ ਹੈ। ਆ ਜਿਹੜੀ ਅਵਸਥਾ ਅਗਲੀ, ਆ ਅਵਸਥਾ ਅਗਲੀ ਹੈ ਬ੍ਰਹਮ ਗਿਆਨੀ ਦੀ। ਇਸ ਅਵਸਥਾ ਜਾਤ ਦੀ ਉਹਦੀ ਜਾਤ ਨਹੀਂ ਦੇਖੀ ਦੀ, ਜਾਤ ਹੁੰਦੀ ਉਹਦੀ। ਇਸ ਕਰਕੇ ਜੋਤ ਨੂੰ ਜਾਣੋ, ਜਾਤ ਪੁੱਛੋ ਹੀ ਨਾ। ਠੀਕ ਹੈ। ਪੀਰ ਨਾ ਪੁੱਛੋ ਪਰ ਪੰਡਤ ਜਾਤ ਪੁੱਛਦਾ। ਜਾਤ ਨੂੰ ਦੇਖਣ ਦੀ ਲੋੜ ਨਹੀਂ ਹੈ। ਠੀਕ ਹੈ। ਜੋਤ ਨੂੰ ਦੇਖ ਕੇ ਜੋਤ ਬਾਰੇ ਬਿਆਨ ਕੀਤਾ ਜਾ ਸਕਦਾ। ਜੇ ਜੋਤ ਦਾ ਦਰਸ਼ਨ ਨਹੀਂ ਹੋਇਆ, ਜੋਤ ਬਾਰੇ ਦੱਸਿਆ ਨਹੀਂ ਜਾ ਸਕਦਾ ਕੁਝ। ਘੱਟ ਮੈਂ ਹਰ ਜੂ ਬਸੇ ਇਸ ਅਵਸਥਾ 'ਚ ਗੱਲ ਕਹੀ ਜਾ ਸਕਦੀ ਹੈ। ਸਰਬ ਮੈਂ ਵੇਖੇ ਭਗਵਾਨ ਉੱਤੇ ਆ ਚੁੱਕਿਆ। ਉੱਤੇ ਆ ਚੁੱਕਿਆ ਨਾ ਜਿਹੜਾ, ਜੇ ਉਹ ਕੁਝ ਉੱਤੇ ਆ ਚੁੱਕਿਆ ਆਖਰੀ ਪਦੇ ਵਿੱਚ, ਉੱਥੋਂ ਹੀ ਗੱਲ ਗਾਂ ਤੋਲਦੀ ਹੈ। ਉੱਥੋਂ ਗੱਲ ਗਾਂ ਤੋਲਦੀ ਹਰ ਕੀ ਕਥਾ ਨਾ। ਠੀਕ ਹੈ ਜੀ। ਸਭ ਤੋਂ ਉੱਤਮ ਹਰ ਕੀ ਕਥਾ ਹਰ ਬਾਰੇ ਬਿਆਨ ਹੈ। ਠੀਕ ਹੈ ਜੀ। ਉਦੋਂ ਅੱਗੇ ਗੱਲ ਤੋਰੀ ਹੈ। ਜਦੋਂ ਮਨ ਵਿੱਚ ਸਾਚਾ ਹੁੰਦਾ, ਜਦੋਂ ਨਾਮ ਮਨ ਵਿੱਚ ਹੁੰਦਾ ਪ੍ਰਗਟ, ਇਹ ਮੁੱਖ ਵਿੱਚ ਨਾਮ ਦਾ ਵਿਖਿਆਨ ਕੀਤਾ ਜਾ ਸਕਦਾ ਹੈ। ਮੁੱਖ ਵਿੱਚੋਂ ਨਾਮ ਦਾ ਵਿਖਿਆਨ ਬਾਹਰ ਨਿਕਲਦਾ, ਬਾਹਰ ਨਹੀਂ ਨਿਕਲ ਸਕਦਾ। ਕਿਉਂਕਿ ਉਹ ਇੱਕ ਤੋਂ ਬਿਨਾਂ ਮਾਇਆ, ਦੂਜੀ ਮਾਇਆ ਨੂੰ ਦੇਖਦਾ ਹੀ ਨਹੀਂ। ਹਰ ਨੂੰ ਦੇਖਦਾ, ਹਰ ਦੇਖਦਾ। ਇਹ ਨੇਤਰੋ ਮੇਰਿਓ ਹਰ ਤੋਂ ਜੋ ਤਰੀ ਹਰ ਬਿਨਾਂ ਵੱਲ ਦੇਖੋ ਕੋਈ। ਹਰ ਬਿਨਾਂ ਵੱਲ ਦੇਖੋ ਕੋਈ, ਨਜ਼ਰੀ ਹਰ ਨਿਹਾਲਿਆ। ਇਹ ਵਿਸਤਾਰ ਹਰ ਕਾ ਰੂਪ ਹੈ, ਹਰ ਰੂਪ ਨਹੀਂ ਆਇਆ। ਹਰ ਤੇ ਬਿਨਾਂ ਕੋਈ ਚੀਜ਼ ਨਹੀਂ ਦੇਖਦਾ ਉਹ। ਇਹ ਬ੍ਰਹਮ ਗਿਆਨੀ ਦੀ ਹੈ। ਇਸ ਅਵਸਥਾ ਵਿੱਚ ਗੁਰਬਾਣੀ ਵਿਚਾਰੀ ਗਈ ਹੈ। ਅੱਛਾ ਜੀ।
ਇਹ ਉਹ ਅਵਸਥਾ ਜਿਹਦੇ ਵਿੱਚ ਜੋਤ ਦੀ ਗੱਲ ਕੀਤੀ ਜਾ ਸਕਦੀ ਹੈ, ਜੋਤ ਦਾ ਗਿਆਨ ਕਰਾਇਆ ਜਾ ਸਕਦਾ ਹੈ। ਠੀਕ ਹੈ ਜੀ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਜੇ ਲੱਛਣ ਇਹ ਨੇ ਨਾ ਅਵਰ ਨਾ ਪੇਖੇ ਇੱਕ ਦਿਨ ਕੋਏ, ਫਿਰ ਇਹਨੇ ਲੱਛਣ ਨੇ ਜਿਹੜੇ ਬ੍ਰਹਮ ਗਿਆਨੀ ਹੈ, ਜੇ ਲੱਛਣ ਠੀਕ ਨੇ ਤਾਂ ਬ੍ਰਹਮ ਗਿਆਨੀ ਹੈ। ਜੇ ਦੋ ਦੀ ਨੇ ਫਿਰ ਨਹੀਂ ਬ੍ਰਹਮ ਗਿਆਨੀ ਹੈ। ਮਾਇਆਧਾਰੀ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹੀ ਜਾਂਦੇ ਨੇ, ਲੋਕ ਕਹੀ ਜਾਂਦੇ ਨੇ। ਬ੍ਰਹਮ ਗਿਆਨੀ ਦਾ ਇਹਨਾਂ ਨੇ ਮਜ਼ਾਕ ਬਣਾ ਲਿਆ। ਬ੍ਰਹਮ ਗਿਆਨੀ ਦੀ ਵਿਆਖਿਆ ਕਰਦੀ ਹੈ ਬਾਣੀ। ਗੁਰਬਾਣੀ ਵੀ ਪੜ੍ਹਦੇ ਨੇ, ਬ੍ਰਹਮ ਗਿਆਨੀ ਵੀ ਉਹੀ ਰੱਖਿਆ ਹੋਇਆ ਉਹਨਾਂ ਨੇ। ਗੁਰਬਾਣੀ ਵੀ ਪੜ੍ਹਦੇ ਨੇ, ਸਾਧ ਵੀ ਡੁਪਲੀਕੇਟ ਰੱਖੇ ਨੇ। ਜੋ ਸਾਧ ਸੰਤ ਗੁਰਬਾਣੀ ਕਹਿੰਦੀ ਉਹ ਜਿਹਾ ਇੱਕ ਵੀ ਨਹੀਂ ਹੈ ਬਾਹਰ। ਜਿਹਨੂੰ ਬ੍ਰਹਮ ਗਿਆਨੀ ਗੁਰਬਾਣੀ ਕਹਿੰਦੀ ਇੱਕ ਵੀ ਨਹੀਂ। ਫੇਰ ਵੀ ਸੰਤਾਂ ਜੋ ਹੋਏ ਬ੍ਰਹਮ ਗਿਆਨੀ ਡੁਪਲੀਕੇਟ ਬਹੁਤ ਘਟ ਗਿਆ। ਕੀ ਫਾਇਦਾ ਹੋਇਆ ਸੀ ਲਿਖਣ ਦਾ? ਇਹ ਬਾਣੀ ਪੜ੍ਹਨ ਦਾ ਕੀ ਫਾਇਦਾ? अष्टपदी। ब्रह्म ज्ञानी सदा निर्लेप, जैसे जल में कमल अलेप। ਬ੍ਰਹਮ ਗਿਆਨੀ ਦਾ ਪਹਿਲਾ ਲੱਛਣ ਇਹ ਹੈ, ਨਿਰਲੇਪ ਰਹਿੰਦਾ। ਮਾਇਆ ਚ ਲਿਪਤੇ ਨਹੀਂ ਹੁੰਦਾ। ਮਾਇਆ ਚ ਲਿਪਤਾ ਤਾਂ ਹੋਵੇ ਜੇ ਦੇਖੇ। ਜਦ ਇੱਕ ਦੂਜਾ ਦੇਖਦਾ ਹੀ ਨਹੀਂ ਉਹ, ਤੇ ਫਿਰ ਲਿਪਤ ਕਿਵੇਂ ਹੋਊਗਾ? ਸਦਾ ਨਿਰਲੇਪ ਰਹਿੰਦਾ। ਮਾਇਆ ਦੀ ਇੱਛਾ ਤਾਂ ਪੈਦਾ ਹੋਊ ਜੇ ਮਾਇਆ ਫਿਰ ਦੇਖੇ ਉਪਜੇ ਨਹੀਂ ਆਸਾ। ਉਹ ਦੇਖਦਾ ਹੀ ਨਹੀਂ ਮਾਇਆ। ਉਹ ਦਿਖਦੀ ਉਹ ਜੋਤ ਹੈ, ਉਹਨੂੰ ਜੋਤੇ ਦੇਖਦਾ। ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ। ਜਲ ਭਾਵੇਂ ਕਮਲ ਦੇ ਵਿੱਚ ਹੀ, ਕਮਲ ਭਾਵੇਂ ਜਲ ਦੇ ਵਿੱਚ ਹੀ ਹੈ, ਪਰ ਕਮਲ ਵੱਖਰਾ ਹੈ, ਜਲ ਵੱਖਰਾ ਅਲੱਗ ਹੈ। ਐਵੇਂ ਬ੍ਰਹਮ ਗਿਆਨੀ ਭਾਵੇਂ ਮਾਇਆ ਦੇ ਵਿੱਚ ਹੈ, ਸਰੀਰ ਦੇ ਵਿੱਚ ਹੈ, ਪਰ ਉਹਦਾ ਮਨ ਐ ਖੜਿਆ ਹੋਇਆ ਜਿਵੇਂ ਕਮਲ ਖੜਿਆ ਹੁੰਦਾ। ਠੀਕ ਹੈ ਜੀ। ਕਮਲ ਖੜਿਆ ਹੋਇਆ, ਮਾਇਆ ਹੈ, ਪਾਣੀ ਹੈ, ਕਮਲ ਜਿੰਨਾ ਮਰਜੀ ਪਾਣੀ ਆ ਜਾਵੇ, ਵੱਧ ਜਵੇ ਚਾਹੇ ਘੱਟ ਜਵੇ, ਕਮਲ ਦਾ ਫੁੱਲ ਉੱਤੇ ਹੀ ਰਹਿੰਦਾ ਪਾਣੀ ਤੋਂ। ਠੀਕ ਹੈ। ਮਾਇਆ ਜਿੰਨੀ ਡੁੱਬਦਾ ਮਨ, ਬ੍ਰਹਮ ਗਿਆਨੀ ਦਾ ਮਨ ਮਾਇਆ ਚ ਭਜਦਾ ਹੀ ਨਹੀਂ ਹੈ। ਹਾਂਜੀ। ब्रह्म ज्ञानी सदा निर्दोष, जैसे सूर सर्व को सोख। ਹੋਰ ਉਹਦਾ ਲੱਛਣ ਹੈ ਕਹਿੰਦੇ ਨਿਰਦੋਖ ਰਹਿੰਦਾ। ਜਿਵੇਂ ਸੂਰ ਸਰਬ ਕੋ ਸੋਖ, ਸੂਰ ਦੀਆਂ ਕੱਢਣਾ ਪੈਂਦੀਆਂ ਨੇ, ਗੰਦੇ ਪਾਣੀ ਤੇ ਵੀ ਪੈਂਦੀਆਂ ਨੇ, ਫੁੱਲਾਂ ਤੇ ਵੀ ਪੈਂਦੀਆਂ ਨੇ, ਨਾਲੀ 'ਚ ਵੀ ਪੈਂਦੀਆਂ, ਗੰਦਗੀ ਤੇ ਵੀ ਪੈਂਦੀਆਂ ਨੇ। ਸਾਰਿਆਂ ਨੂੰ ਸੁਕਾ ਵੀ ਦਿੰਦਾ, ਪਰ ਉਹਨੂੰ ਗੰਦਗੀ ਲੱਗਦੀ ਵੀ ਹੈ ਨਹੀਂ, ਕਿਉਂਕਿ ਦੂਰੋਂ ਦੇਖਦਾ ਉਹ ਸੂਰਜ, ਬਹੁਤ ਦੂਰੋਂ। ਠੀਕ ਹੈ ਜੀ। ਐਵੇਂ ਬ੍ਰਹਮ ਗਿਆਨੀ ਬਹੁਤ ਦੂਰੋਂ ਦੇਖਦਾ ਮਾਇਆ ਨੂੰ, ਜਿਵੇਂ ਸੂਰਜ ਬਹੁਤ ਦੂਰ ਹੈ, ਦੂਰੋਂ ਦੇਖ ਰਿਹਾ ਹੈ ਸਭ ਕੁਛ, ਦੂਰੋਂ ਹੀ ਕੁਛ ਕਰ ਰਿਹਾ ਹੈ। ਉਹ ਸਾਰਿਆਂ ਦੇ ਨਾਲ ਵੀ ਰੱਖਦਾ ਹੈ, ਇਹਨਾਂ ਨੂੰ ਉਪਦੇਸ਼ ਕਰਦਾ। ਹਰ ਡੇਰੇ ਤੇ ਗਏ, ਗੁਰੂ ਨਾਨਕ ਗਿਆ ਡੇਰੇ ਤੇ, ਸਾਧਾਂ ਸੰਤਾਂ ਚ, ਇਹ ਆਦਮੀ ਚ ਵੀ ਬੈਠਿਆ, ਪਰ ਬੁਰਾਈ ਨਹੀਂ ਲੱਗੀ ਉਹਨੂੰ। ਸੰਤ ਨੂੰ ਛੋੜੇ ਸੰਤੀ ਕੋਟ ਕਮਲੇ, ਸੰਤ ਕਰੋੜਾਂ ਸੰਤਾਂ ਦੇ ਵਿੱਚ ਰਹਿ ਕੇ ਬਹਿ ਕੇ ਆਪ ਅਸ਼ਾਂਤ ਸੀ। ਠੀਕ ਹੈ। ਇਸ ਕਰਕੇ ਉਹਨੂੰ ਕੋਈ ਦੋਖ ਨਹੀਂ ਲੱਗਦਾ। ਉਹ ਕਹਿੰਦਾ ਹੰਸ ਕੋਧਰੇ ਦੇ ਖੇਤ ਚ ਬੈਠ ਗਿਆ ਜਾ ਕੇ। ਕੋਧਰਾ ਹੁੰਦਾ ਜਿੱਥੇ ਜੌਂ, ਮਟੜਾ, ਛੋਲੇ ਸਭ ਕੁ ਰਲਿਆ ਮਿਲਿਆ ਨਾ, ਉਹਨੂੰ ਕੋਧਰਾ ਕਹਿੰਦੇ ਨੇ।
ਜਿੱਥੇ ਮਨਮੱਤਾਂ ਮਿਲੀਆਂ ਹੁਣ ਸਾਰੀਆਂ ਹੀ ਆਪਣੇ ਆਪਣੀ ਮੱਤ ਦੇ ਲੋਕ ਬੈਠੇ ਹੁਣ ਕੋਦਰੇ ਦਾ ਖੇਤ ਕਿਹਾ ਹੋਇਆ ਭਾਂਤ ਭਾਂਤ ਦਾ ਅਨਾਜ ਹੋਵੇ ਜਿੱਥੇ ਠੀਕ ਹੈ ਇੱਕ ਮੱਤ ਵਾਲੇ ਨੂੰ ਇੱਕ ਮੱਤ ਵਾਲੇ ਤਾਂ ਗੁਰਮੁਖੇ ਹੁੰਦੇ ਨੇ ਹੋਰ ਨਹੀਂ ਹੁੰਦਾ ਕੋਈ ਗੁਰਸਿੱਖੇ ਇੱਕ ਮੱਤ ਵਾਲੇ ਹੁੰਦੇ ਨੇ ਕਹਿੰਦੇ ਗੁਰਮੁਖਾਂ ਦੇ ਵਿੱਚ ਜਾ ਕੇ ਸੰਤ ਬਹਿ ਗਿਆ ਹੰਸ ਬਹਿ ਗਿਆ ਲੋਕ ਕਹਿੰਦੇ ਅਸੀਂ ਸੰਤ ਬੈਠਾ ਹੈ ਆਦਮੀਆਂ ਕੋਲ ਇਹ ਤਾਂ ਆਦਮੀ ਚੰਗੇ ਨਹੀਂ ਹਨ ਲੋਕ ਵਿਡਾਲਣ ਜਾਏ ਕਹਿੰਦੇ ਲੋਕ ਉਡਾਉਣ ਜਾਂਦੇ ਨੇ ਕੋਦਰੇ ਦੇ ਖੇਤ ਚੋਂ ਹੰਸ ਨੂੰ ਕਹਿਲਾ ਲੋਕ ਨਾ ਜਾਣੀ ਹੰਸ ਨਾ ਕੋਦਰਾ ਖਾਏ ਉਹਨਾਂ ਨੂੰ ਮੂਰਖਾਂ ਨੂੰ ਇਹ ਨਹੀਂ ਪਤਾ ਵੀ ਇਹ ਕਿਤੇ ਖਾਂਦਾ ਇਹ ਚੀਜ਼ਾਂ ਉਹਨੇ ਕਿਤੇ ਕਣਕ ਦੇ ਦਾਣੇ ਆ ਜੌਂ ਆ ਇਹ ਜਿਹੜੇ ਮਟਰਾ ਖਾਣਾ ਉਹ ਤਾਂ ਖਾਂਦਾ ਹੀ ਨਹੀਂ ਹੁੰਦਾ ਉਹ ਤਾਂ ਹੀਰੇ ਮੋਤੀ ਖਾਂਦਾ ਉਹ ਗੁਰਮੁਖ ਨੂੰ ਨਹੀਂ ਅਸਰ ਚੜਦਾ ਉਹਨਾਂ ਦੀਆਂ ਗੱਲਾਂ ਦਾ ਇਸ ਕਰਕੇ ਇਹ ਮਿਸਾਲਾਂ ਦਿੱਤੀਆਂ ਹੋਈਆਂ ਨੇ ਉਹ ਨਿਰਦੋਖ ਹੈ ਬ੍ਰਹਮ ਗਿਆਨੀ ਸਦਾ ਨਿਰਦੋਖ ਉਹਨੂੰ ਦੋਖ ਲੱਗਦਾ ਹੀ ਨਹੀਂ ਹਾਂਜੀ ਜੈਸੇ ਸੂਰ ਸਰਬ ਕੋ ਸੋਗ ਜਿਵੇਂ ਸੂਰਜ ਦਾ ਸੰਪਰਕ ਸਾਰਿਆਂ ਨਾਲ ਹੈ ਹਰ ਜਗ੍ਹਾ ਨਾਲ ਹੈ ਠੀਕ ਹੈ ਪਰ ਕਿਸੇ ਨਾਲ ਵੀ ਸੰਪਰਕ ਨਹੀਂ ਹੁੰਦਾ ਸਾਰਿਆਂ ਨਾਲ ਸੰਪਰਕ ਕਿਸੇ ਨਾਲ ਵੀ ਨਹੀਂ ਹੈ ਠੀਕ ਹੈ ਉਹਦਾ ਸੰਪਰਕ ਆਪਣੇ ਆਪ ਨਾਲ ਜੁੜਿਆ ਸੂਰਜ ਦੂਜਿਆਂ ਨੂੰ ਉਪਦੇਸ਼ ਕਰ ਰਿਹਾ ਬ੍ਰਹਮ ਗਿਆਨੀ ਆਪਣੇ ਆਪ ਨਾਲ ਜੁੜ ਕੇ ਠੀਕ ਆਪਣੇ ਆਪ ਨੂੰ ਅਲੱਗ ਉਹ ਆਪਣੇ ਆਪ ਨਾਲ ਜੁੜਿਆ ਰਹਿੰਦਾ ਦੂਸਰਿਆਂ ਨੂੰ ਉਪਦੇਸ਼ ਕਰਦਾ ਰਹਿੰਦਾ ਠੀਕ ਹੈ ਦੂਸਰਿਆਂ ਦੇ ਜਿਹੜੇ ਬਕਾਰ ਨੇ ਉਹਨਾਂ ਨੂੰ ਤਾਂ ਖਤਮ ਕਰਦਾ ਰਹਿੰਦਾ ਸਿਖਾਉਂਦਾ ਰਹਿੰਦਾ ਦੂਸਰਿਆਂ ਦੇ ਅੰਦਰੋਂ ਤਾਂ ਗੰਦਗੀ ਸਿਖਾਉਂਦਾ ਰਹਿੰਦਾ ਪਰ ਉਹ ਗੰਦਗੀ ਉਹਨੂੰ ਨਹੀਂ ਲੱਗਦੀ ਠੀਕ ਹੈ ਉਹਦਾ ਪ੍ਰਭਾਵ ਆਪਣੇ ਤੇ ਕਬੂਲ ਨਹੀਂ ਕਰਦਾ ਹਾਂਜੀ ब्रह्म ज्ञानी के दृष्ट समान जैसे राज रंग को लागे तुल पवान हवा राजे ਨੂੰ ਵੀ ਲੱਗਦੀ ਹੈ ਰੰਗ ਨੂੰ ਵੀ ਉਹੀ ਹੈ ਉਸੇ ਹਵਾ ਦੇ ਵਿੱਚ ਰਾਜਾ ਸਾਹ ਲੈਂਦਾ ਉਸੇ ਦੇ ਹਵਾ ਦੇ ਵਿੱਚ ਇੱਕ ਕਮਾਲ ਰੰਗ ਸਾਹ ਲੈਂਦਾ ਇਸ ਕਰਕੇ ਬ੍ਰਹਮ ਗਿਆਨੀ ਹੈ ਉਹ ਵਰਤਦਾ ਰਾਜੇ ਨਾਲ ਵੀ ਰੰਗ ਨੂੰ ਵੀ ਜਿਵੇਂ ਹਵਾ ਵਰਤਦੀ ਹੈ ਠੀਕ ਹੈ ਹਵਾ ਵਰਗਾ ਸੁਭਾਅ ਹੈ ਹਵਾ ਰਾਜੇ ਨੇ ਖਿੱਚ ਲਿਆ ਸਾਹ ਲੈ ਲਿਆ ਤਾਂ ਕੋਈ ਫਰਕ ਨਹੀਂ ਹਵਾ ਨੂੰ ਪੈਂਦਾ ਠੀਕ ਹੈ ਰੰਗ ਨੇ ਸਾਹ ਲੈ ਤਾਂ ਕੋਈ ਫਰਕ ਨਹੀਂ ਪੈਂਦਾ ਹਵਾ ਨੂੰ ਕੀ ਫਰਕ ਪੈਂਦਾ ਇਸ ਗੱਲ ਹਾਂਜੀ ਬ੍ਰਹਮ ਗਿਆਨੀ ਰਾਜਾ ਮਿਲ ਗਿਆ ਕਿ ਤਾਂ ਕੋਈ ਗੱਲ ਨਹੀਂ ਉਹਦੀ ਖੇਤ ਤੇ ਕੋਈ ਫਰਕ ਨਹੀਂ ਰੰਗ ਕਾ ਬੈਠਾ ਤਾਂ ਕੋਈ ਫਰਕ ਉਹਨੂੰ ਕੀ ਫਰਕ ਪੈਂਦਾ ਹਾਂਜੀ ਬ੍ਰਹਮ ਸਮਾਨ ਹੈ ब्रह्म ज्ञानी के धीरज एक जू बसुदा को खोदा को चंदन लेप ਧੀਰਜ ਕਿਹਾ ਜਾਂਦਾ ਬ੍ਰਹਮ ਗਿਆਨੀ ਦਾ ਧਰਤੀ ਵਰਗਾ ਕੋਈ ਕਹਿੰਦਾ ਧਰਤੀ ਨੂੰ ਖੋਦੀ ਜਾਂਦਾ ਹੈ ਖੱਡੇ ਪੜਦਾ ਹੈ ਖੂਹ ਪੜਦਾ ਹੈ ਕੋਈ ਬਹੁਤਾ ਕੋਈ ਚੰਦਨ ਦਾ ਲੇਪ ਕਰੀ ਜਾਂਦਾ ਹੈ ਧਰਤੀ ਤੁਹਾਨੂੰ ਇੱਕੋ ਜਿਹੀ ਸਮਝਦੀ ਉਹਦੀ ਸਿਰ ਤੇ ਕੋਈ ਫਰਕ ਨਹੀਂ ਧਰਤੀ ਨਾਲ ਉਹਨੂੰ ਚੰਗਾ ਕਹਿੰਦੀ ਹੈ ਨਾ ਉਹਦੇ ਵੱਲ ਝਾਕਦੀ ਹੈ ਨਾ ਉਹਦੇ ਵੱਲ ਝਾਕਦੀ ਠੀਕ ਹੈ ਕੋਈ ਧਰਤੀ ਦੇ ਬਾਗ ਲਾਈ ਜਾਂਦਾ ਹੈ ਕੋਈ ਧਰਤੀ ਦੇ ਪੱਠੇ ਬਣਾ ਕੇ ਧਰਤੀ ਨੂੰ ਸਾੜੀ ਜਾਂਦਾ ਪਰ ਧਰਤੀ ਵਾਸਤੇ ਦੋਹਾਂ ਵਾਲੇ ਤੇ ਧਰਤੀ ਦਾ ਕੀ ਕਰਦੇ ਨੇ ਉਹ ਆਪਣੀ ਲੋੜ ਨੂੰ ਕਰਦੇ ਹੋਣਗੇ ਜਿਹੜਾ ਉਹ ਕਰਦੇ ਧਰਤੀ ਦੇ ਕੀ ਲੈਣਾ ਇਸ ਗੱਲ ਤੇ ਇਹ ਜਾਂ ਬ੍ਰਹਮ ਗਿਆਨੀ ਦਾ ਸੁਭਾਅ ਹੁੰਦਾ ਕੋਈ ਇਹਦੇ ਨਾਲ ਬੈਰ ਕਰਦਾ ਜਾਂ ਕੋਈ ਇਹਦੇ ਨਾਲ ਮੁਹੱਬਤ ਕਰਦਾ ਇਹਦੇ ਨਾਲ ਇਹਨੂੰ ਕੋਈ ਲੈਣਾ ਦੇਣਾ ਨਹੀਂ ਬ੍ਰਹਮ ਗਿਆਨੀ ਦੀ ਠੀਕ ਹੈ ਬ੍ਰਹਮ ਗਿਆਨੀ ਨੂੰ ਲੈਣਾ ਦੇਣਾ ਸਿਰਫ ਇਸ ਗੱਲ ਨਾਲ ਹੈ ਕਿ ਇਹ ਗੱਲ ਕੌਣ ਮੰਨਦਾ ਠੀਕ ਹੈ ਜੀ ਜਿਹੜਾ ਉਹਦੀ ਗੱਲ ਮੰਨਦਾ ਹੈ ਉਹਨੂੰ ਕਹਿੰਦਾ ਹਮ ਸ਼ਹਿਰੀ ਸਭ ਹਮਾਰਾ ਉਹ ਹਮ ਸ਼ਹਿਰੀ ਹੈ ਉਹ ਮੀਤ ਹਮਾਰਾ ਉਹ ਤਾਂ ਮਿੱਤਰ ਹੈ ਉਹਦਾ
जो हम सहरी सुखी तो हमारा, ਜਿਹੜਾ ਸੱਚਖੰਡ ਦੀ ਇੱਛਾ ਰੱਖਦਾ ਹੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੇ ਬਲਵਲ ਜਾ। ਬਸ ਜਿਹਦੇ ਦਰਸ਼ਨ ਦੀ ਪਿਆਸ ਹੈ ਜਿਹਦੇ ਉਹਦੇ ਤਾਂ ਬਲਿਆ ਨਹੀਂ ਜਾਂਦਾ, ਬਾਕੀ ਕੋਈ ਫਰਕ ਨਹੀਂ ਪੈਂਦਾ ਉਹਨੂੰ। ਕੋਈ ਮੋਹ ਕਰੀ ਜਾਵੇ, ਕੋਈ ਨਾ ਕਰੀ ਜਾਵੇ, ਕੋਈ ਬਹਿ ਕਰੀ, ਉਹਦੇ ਖਾਤਰ ਇੱਕੋ ਜਿਹੇ ਨੇ ਸਾਰੇ, ਉਹ ਦੋਏ ਲੋਭੀ ਨੇ। ਉਹ ਜਿਹੜਾ ਆਉਂਦਾ ਨਾ ਮੱਥਾ ਟੇਕਣ, ਕੁਛ ਕਹਿੰਦਾ ਮੈਨੂੰ ਆ ਮੇਰੀ ਅਰਦਾਸ ਕਰ ਦੋ, ਚੜਾਵਾ ਲੈ ਕੇ ਆਉਂਦਾ ਹੈ ਕੁਛ, ਉਹ ਵੀ ਉਹਨੂੰ ਉਤੋਂ ਖਤਰਨਾਕ ਲੱਗਦਾ ਵੈਰ ਕਰਨ ਵਾਲੇ ਨੂੰ। ਲੋਭੀ ਹੈ, ਲੋਭੀ ਦਾ ਵਸਾ ਨਹੀਂ ਕਰਦਾ ਉਹ। ਠੀਕ ਹੈ ਜੀ। ਆਹੋ ਹਾਂਜੀ। ਉਹ ਬੈਰੀ ਦਾ ਤਾਂ ਉਹਨੂੰ ਚਿੰਤਾ ਨਹੀਂ, ਲੋਭੀ ਤਾਂ ਉਹਨੂੰ ਖਤਰਾ ਹੈ, ਸਭ ਪਹਿਲਾਂ ਮਾਰੂਗਾ। ਠੀਕ ਹੈ ਜੀ। ਹਾਂਜੀ। ब्रह्म ज्ञानी का यह गुनाह नानक जू पावक का सहज स्वभाव। पता है ये गुण ने, ब्रह्म ज्ञानी का गुण है जिवें पावक का सहज स्वभाव। अग का की है, सब नूं साड़ना ही साड़ना, सहज अवस्था। ਉਹਦਾ ਜੋ ਆ ਗਿਆ ਉਹਨੇ ਤਾਂ ਸੇਕ ਦੇਣਾ ਹੀ ਦੇਣਾ, ਉਹਨੂੰ ਲਾਉਣਾ। ब्रह्म ज्ञानी ਦਾ ਸੱਚ ਬੋਲਣਾ, ਕਿਸੇ ਨੂੰ ਖੱਟਾ ਲੱਗੇ, ਕਿਸੇ ਨੂੰ ਮਿੱਠਾ ਲੱਗੇ, ਕਿਸੇ ਨੂੰ ਕੌੜਾ ਲੱਗੇ, ਕਿਸੇ ਨੂੰ ਕਰਿਆਲਾ ਲੱਗੇ, ਕਿਸੇ ਨੂੰ ਉਹਨੇ ਤਾਂ ਸੱਚੀ ਗੱਲ ਕਹਿ ਦੇਣੀ। ਕਿਸੇ ਦੇ ਗਿੱਟੇ ਲੱਗੇ, ਕਿਸੇ ਦੇ ਗੋਡੇ ਲੱਗੇ, ਕਿਸੇ ਨੂੰ ਅੱਗ ਫਿੱਟ ਆ ਜਾਂਦੀ ਹੈ, ਕਿਸੇ ਨੂੰ ਅੱਗ ਨੁਕਸਾਨ ਆ ਜਾਂਦੀ ਹੈ। ਕੱਚੀ ਇੱਟ ਨੂੰ ਜਾਲਦੀ ਹੈ ਤਾਂ ਉਹਦੀ ਉਮਰ ਵੱਧ ਜਾਂਦੀ ਹੈ। ਜੇ ਕੱਚੀਆਂ ਇੱਟਾਂ ਨੇ ਉਹਨਾਂ ਨੂੰ ਜਾਲਦੀ ਹੈ, ਉਹਨਾਂ ਦੀ ਉਮਰ ਵੱਧ ਜਾਂਦੀ ਹੈ, ਉਹਨੂੰ ਅੱਗ ਫਿੱਟ ਆ ਗਈ। ਠੀਕ ਹੈ ਜੀ। ਕਈ ਵੀ ਪਏ ਤੇ ਫੇਰ ਉਹ ਜੀ ਮਿੱਟੀ ਜੀ ਬਣ ਜਾਣਾ। ਕਿਸੇ ਨੂੰ ਫਿੱਟ ਆ ਜਾਂਦੀ ਹੈ, ਕਿਸੇ ਨੂੰ ਸੱਚ ਫਿੱਟ ਆ ਜਾਂਦਾ ਹੈ, ਕੋਈ ਪੱਕ ਜਾਂਦਾ ਹੈ ਅੱਗ ਨਾਲ, ਇੱਟਾਂ ਪੱਕ ਜਾਂਦੀਆਂ ਨੇ। ਠੀਕ ਹੈ। ਕੋਈ ਇਹਦੇ ਨਾਲ ਘਬਰਾ ਕੇ, ਕਿਸੇ ਨੂੰ ਤਕਲੀਫ ਹੁੰਦੀ ਹੈ ਇਹਦੇ ਨਾਲ, ਉਹ ਦੂਰ ਹੋ ਜਾਂਦਾ ਤੇ ਅੱਗ ਤੇ। ਠੀਕ ਹੈ। ਉਹਦਾ ਸੁਭਾਅ ਹੋ ਜਾਈ ਹੈ, ਪਾਵਕ ਦਾ ਅੱਗ ਦਾ ਸੁਭਾਅ ਸਹਿਜ ਸੁਭਾਅ ਹੈ ਉਹਦਾ, ਉਹ ਆਪਣਾ ਸੁਭਾਅ ਨਹੀਂ ਬਦਲਦੀ ਅੱਗ। ਠੀਕ ਹੈ ਜੀ। ਗਿਆਨੀ ਆਪਣਾ ਸੁਭਾਅ ਵੀ ਨਹੀਂ ਬਦਲਦਾ। ब्रह्म ज्ञानी निर्मल ते निर्मला, जैसे मैल ना लागे जला। ब्रह्म ज्ञानी निर्मल, अच्छा, निर्मल अपने आप ਨੂੰ निर्मल ਕਹਿੰਦੇ ਨੇ, ਮੈਲ ਤੋਂ ਰਹਿਤ। ਹਾਂਜੀ। ਉਹਨਾਂ ਤੋਂ ਵੀ ਨਿਰਮਲ ਹੈ। ਉਹ ਕੀ ਹੋਇਆ, ਨਿਰਮਲ ਜਿਹੜਾ ਹੈ, ਮੈਲ ਤਾਂ ਸੀਗਾ ਪਹਿਲਾਂ ਉਹਨੂੰ ਮੈਲ ਲੱਗੀ ਸੀ। ਅੱਛਾ ਜੀ। ਪਰ ਇਸ ਵਕਤ ਮੈਲ ਨਹੀਂ ਹੈ। ਹੁਣ ਇਸ ਵਕਤ ਨਿਰਮਲ, ਇਸ ਵਕਤ ਮਲੀਨ ਨਹੀਂ ਹੈ, ਪਰ ਮਲੀਨ ਹੋ ਸਕਦਾ ਹੈ। ਅੱਛਾ ਜੀ। ਬ੍ਰਹਮ ਗਿਆਨੀ ਮਲੀਨ ਹੋ ਹੀ ਨਹੀਂ ਸਕਦਾ, ਉੱਪਰ ਆ ਗਿਆ ਨਾ। ਠੀਕ ਹੈ ਜੀ। ਉੱਪਰ ਆ ਗਿਆ ਨਾ ਵੀ ਉਹਨੂੰ ਦੂਜੇ ਦਾ ਜਿਹੜਾ ਮਨਮੁਖਾਂ 'ਚ ਬੈਠ ਕੇ ਖੁਦਾ ਅਸਰ ਉਹਦੇ ਤੇ ਪੈਂਦਾ ਨਹੀਂ। ਠੀਕ ਹੈ। ਨਿਰਮਲਾ ਜੈਸੇ ਮੈਲ ਨਾਲ ਲੱਗ ਕੇ ਜਲਾ, ਮੈਂ ਅੱਗ ਨੂੰ ਮੈਲ ਨਹੀਂ ਲੱਗਦੀ। ਜਲਾ ਦਾ ਅਰਥ ਅੱਗ ਪਾਣੀ ਦੀ ਹੈ। ਅੱਛਾ ਜੀ। ਹਾਂ, ਜਲਾ ਪਹਿਲਾਂ ਵੀ ਆਇਆ ਹੋਇਆ। ਜਲਾ ਦੇਣ ਵਾਲੀ ਚੀਜ਼, ਪਾਣੀ ਜਲ ਹੁੰਦਾ ਹੈ, ਜਲਾ ਨਹੀਂ ਹੁੰਦਾ। ਪਾਣੀ ਤਾਂ ਹੋ ਜਾਂਦਾ ਮੈਲਾ। ਹਾਂ, ਨਾਲੇ ਮੈਲਾ ਹੋ ਜਾਂਦਾ। ठीक है जी। ब्रह्म ज्ञानी के मन होए प्रकाश, जैसे धर ऊपर आकाश। ब्रह्म ज्ञानी ने ਹਿਰਦੇ 'ਚ ਇੰਨਾ ਚਾਨਣ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ। ਪ੍ਰਕਾਸ਼ ਜਿਹੜਾ ਗਿਆਨ ਦਾ ਚਾਨਣ, ਉਹਨੂੰ ਪ੍ਰਕਾਸ਼ ਕਹਿੰਦੇ ਨੇ। ਜਿਹੜਾ ਦੂਆ ਚਾਨਣ ਰੋਸ਼ਨੀ, ਉਹ ਪ੍ਰਕਾਸ਼ ਹੁੰਦਾ, ਪੱਕੇ ਨਾਲ ਹੁੰਦਾ। ਸਭਈਆਂ 'ਚ ਗੁਰਬਾਣੀ 'ਚ ਇੱਕੋ ਵਾਰ ਪ੍ਰਕਾਸ਼ ਲਫ਼ਜ਼ ਆਇਆ ਹੋਇਆ। ਅੱਛਾ ਜੀ।
ਉਹ ਉਪਨਿਸ਼ਦਾਂ ਦੇ ਵਿੱਚ ਇਸੇ ਸੰਸ ਵਿੱਚ ਵਰਤਿਆ ਹੋਇਆ ਸੀਗਾ। ਇਸ ਕਰਕੇ ਗੁਰੂ ਸਾਹਿਬ ਨੇ ਇਜਾਜ਼ਤ ਦੇ ਦਿੱਤੀ ਵੀ ਕੋਈ ਨਹੀਂ, ਚਲੋ ਤੁਸੀਂ ਵਰਤ ਲਓ ਲਓ। ਵੈਸੇ ਪ੍ਰਕਾਸ਼ ਗੁਰਬਾਣੀ ਚ ਲਫ਼ਜ਼ ਵਰਤੇ, ਪ੍ਰਕਾਸ਼ ਨਹੀਂ ਵਰਤੇ। ਪ੍ਰਕਾਸ਼ ਅੱਖਾਂ ਨੂੰ ਦੇਖਣ ਵਾਲੀ ਚੀਜ਼ ਹੈ, ਸਾਰੀ ਰੋਸ਼ਨੀ ਹੈ ਪ੍ਰਕਾਸ਼। ਠੀਕ ਹੈ। ਬਾਹਰ ਪ੍ਰਕਾਸ਼ ਹੁੰਦਾ, ਅੰਦਰ ਪ੍ਰਕਾਸ਼ ਹੁੰਦਾ। ਉਹਦੇ ਅੰਦਰ ਜਿਹੜੀ ਰੋਸ਼ਨੀ ਉਹਨੂੰ ਪ੍ਰਕਾਸ਼ ਕਹਿੰਦੇ ਨੇ। ਉਹ ਗਿਆਨ ਦਾ ਹੁੰਦਾ, ਗਿਆਨ ਦੇ ਗਿਆਨ ਗੱਗੇ ਨਾਲ ਸ਼ੁਰੂ ਹੁੰਦਾ, ਗੱਗਾ ਗਿਆਨ, ਪ੍ਰਕਾਸ਼ ਵੀ ਗੱਗੇ ਨਾਲ ਹੈ। ਦੂਆ ਜਿਹੜਾ ਰੋਸ਼ਨੀ ਉਹ ਕਿਰਨ ਹੈ, ਕੱਕੇ ਨਾਲ ਹੈ, ਉੱਥੇ ਪ੍ਰਕਾਸ਼ ਹੈ। ਵਾਲੀਆਂ ਕਿਰਨਾਂ ਨੇ ਸੂਰਜ ਦੀਆਂ ਨਾਲ, ਉਹ ਤੋਂ ਪੈਦਾ ਹੋਇਆ ਪ੍ਰਕਾਸ਼ ਹੈ। ਕੱਕੇ ਨਾਲ ਕਿਰਨ ਹੈ, ਗੱਗੇ ਨਾਲ ਗਿਆਨ ਤੋਂ ਪੈਦਾ ਹੋਈ ਰੋਸ਼ਨੀ ਨਾਲ ਪ੍ਰਕਾਸ਼ ਹੈ। ਠੀਕ ਹੈ। ब्रह्म ज्ञानी के मित्र शत्रु समान, ब्रह्म ज्ञानी के नाही अभिमान। ब्रह्म ज्ञानी वास्ते मित्र होवे चाहे शत्रु होवे बराबर है। असल में मित्र ना को संभाल सकता है, शत्रु ना को बगा सकता है। अच्छा, हुक्म नाल होने सब कुछ, या हुक्म नाल होने शत्रु मित्र करूंगा। ठीक है। ਉਹ ਤਾਂ ਸੰਭਾਲਦੇ, ਉਹਨੂੰ ਪਤਾ ਮਿੱਤਰ ਮੇਰਾ ਕੋਈ ਸੰਭਾਲ ਨਹੀਂ ਸਕਦਾ, ਸ਼ਤਰੂ ਮੇਰਾ ਵਿਗਾੜ ਨਹੀਂ ਸਕਦਾ, ਕੋਈ ਕਿਸੇ ਦਾ ਵੀ ਨਹੀਂ ਵਿਗਾੜ ਸਕਦਾ। ਅਸਲ ਤਾਂ ਮਿੱਤਰ ਸ਼ਤਰੂ ਕਿਸੇ ਦਾ ਵੀ ਨਹੀਂ ਹੈਗਾ। ਠੀਕ ਹੈ। ਪਰ ਉਹ ਮੰਨ ਲੈਂਦਾ ਇਹ ਗੱਲ, ਲੋਕ ਮੰਨਦੇ ਨਹੀਂ। ਜਿਹੜਾ ਮੰਨ ਲਵੇ ਉਹ ਬ੍ਰਹਮ ਗਿਆਨੀ ਹੈ, ਜਿਹੜਾ ਨਾ ਮੰਨੇ ਉਹ ਭਰਮ ਗਿਆਨੀ ਹੈ। ਜਿਹੜਾ ਇਹ ਮੰਨ ਲਵੇ ਉਹ ਬ੍ਰਹਮ ਗਿਆਨੀ ਹੈ, ਜਿਹੜਾ ਇਹ ਨਹੀਂ ਮੰਨਦਾ ਭਰਮ ਗਿਆਨੀ। ਉਹਨੂੰ ਭਰਮ ਵੀ ਮੇਰਾ ਕੋਈ ਵਿਗਾੜ ਦੂ, ਭਰਮ ਗਿਆਨੀ ਦਾ ਮਤਲਬ ਇਹ ਹੈ। ਹਾਂਜੀ ਹਾਂਜੀ, ਵਿਗਾੜ ਤਾਂ ਸਕਦਾ ਨਹੀਂ, ਪਰ ਉਹਨੂੰ ਭਰਮ ਵੀ ਵਿਗਾੜ ਦਿੰਦਾ ਹੁੰਦਾ। ਹਾਂਜੀ। ब्रह्म ज्ञानी के नाही अभिमान। ब्रह्म ज्ञानी ਦੇ ਅਭਿਮਾਨ ਹੁੰਦਾ ਹੀ ਨਹੀਂ। ਅਭਿਮਾਨ ਤਾਂ ਫਿਰ ਅਭਿਮਾਨ ਹੁੰਦਾ, ਫਿਰ 70 ਮਿੱਤਰ ਸਮਾਨ ਨਹੀਂ ਹੋ ਸਕਦੇ। ਜੇ ਅਭਿਮਾਨ ਹੈ 70 ਮਿੱਤਰ ਸਮਾਨ ਸਕਦੇ, ਜੇ 70 ਮਿੱਤਰ ਸਮਾਨ ਦੇ ਅਭਿਮਾਨ ਨਹੀਂ ਹੋ ਸਕਦਾ। ਫਿਰ ਠੀਕ ਹੈ। ਮਤਲਬ ਹੈ ਸ਼ਤਰੂ ਮਿੱਤਰ ਛਤਰ ਅਭਿਮਾਨੀਆਂ ਦੇ ਹੁੰਦੇ ਨੇ, ਗੁਰਮੁਖਾਂ ਦੇ ਨਹੀਂ ਹੁੰਦੇ। ਜਿਹੜਾ ਅਸੀਂ ਪ੍ਰਚਾਰ ਕਰਦੇ ਸ਼ਤਰੂ ਮਿੱਤਰਾਂ ਦਾ, ਹੁਣ ਗੁਰਮਤਿ ਦੇ ਖਿਲਾਫ ਹੈ ਗੱਲ। ਠੀਕ ਹੈ। ਗੁਰਮਤਿ ਸਾਨੂੰ ਇਜਾਜ਼ਤ ਨਹੀਂ ਦਿੰਦੀ ਮਿੱਤਰ ਛਤਰ ਦੀ। ਉਹ ਜਿਹੜੇ ਸਾਡੇ ਨਾਲ ਦੁਸ਼ਮਣੀ ਕਰਦਾ ਰਹੇ, ਆਪਾਂ ਨੇ ਨਹੀਂ ਕਰਦੀ, ਆਪਾਂ ਨੇ ਨਹੀਂ ਕਰਦੀ। ਉਹ ਕਰਦਾ ਰਹੇ ਆਪਾਂ ਨੂੰ ਥੋੜੀ ਠੇਕੇਦਾਰ ਆ ਵੀ ਉਹ ਨਾ ਕਰੇ। ਸਰਲ ਮਿੱਤਰ ਜਿਹੜਾ ਸਮਝਦਾਰ ਹੋ ਗਿਆ ਸੀ, ਗਿਆਨਵਾਨ ਉਹ ਹੈ ਜਿਹੜਾ ਸਮਝਦਾ ਵੀ ਸੱਤਰ ਮਿੱਤਰ ਹੋ ਹੀ ਨਹੀਂ ਸਕਦਾ। ਠੀਕ ਹੈ। ਉਹਨੂੰ ਉਪਦੇਸ਼ ਹੈ ਗੁਰੂ ਦਾ, ਅਸੀਂ ਗੁਰੂ ਦੇ ਉਪਦੇਸ਼ ਕਰਕੇ ਛੱਡਿਆ। ਜੇ ਅਸੀਂ ਸੱਤਰ ਮਿੱਤਰ ਜੋ ਮੰਨਦੇ ਹਾਂ, ਅਸੀਂ ਗੁਰੂ ਦਾ ਉਪਦੇਸ਼ ਸੁਣਿਆ ਹੀ ਨਹੀਂ ਹੈ। ਜੋ ਜਾਂ ਤਾਂ ਸੁਣਿਆ ਹੀ ਨਹੀਂ, ਸਮਝਿਆ ਹੀ ਨਹੀਂ। ਜੇ ਝੂਠ ਸਮਝ ਲਿਆ ਫਿਰ ਬੁੱਧਿਆ ਨਹੀਂ, ਕਿਤੇ ਨਾ ਕਿਤੇ ਤਾਂ ਕੋਈ ਗੜਬੜ ਹੈ। ਉਹ ਠੀਕ ਹੈ। ਹਾਂਜੀ। ब्रह्म ज्ञानी ऊंच ते ऊंचा, मन अपने है सब ते नीचा। ब्रह्म ज्ञानी ऊंच ते ऊंचा संसार कोई अपने आप कितना भी ऊंचा बने फिरदा होवे, ਉਹਦਾ ਸੰਪਰਕ ਸੱਚਖੰਡ ਨਾਲ ਹੈ, ਸਰਵਵਿਆਪੀ ਹੈ। ਉਹਦਾ ਬਹੁਤ ਲੈਵਲ ਸਾਰਿਆਂ ਨੂੰ ਉੱਚਾ ਹੈ। ਕੱਲ ਬਹੁਤ ਲੈਵਲ ਦੀ ਹੋਈ ਹੈ ਹੋਰ ਉੱਚਾ ਦੀ, ਜਿਹੜਾ ਸਰੀਰ ਹੈ ਕੋਈ ਨਾ ਤਾਂ ਉਹਦੇ ਕੋਲ ਪੈਸੇ ਨਾਲ ਉੱਚਾ ਹੈ। ਦਰਗਾਹ ਵਿੱਚ ਉਹਦੀ ਇੱਜ਼ਤ ਜ਼ਿਆਦਾ ਸਭ ਨੂੰ, ਬਸ ਏਡੀ ਉਹ ਗੱਲ ਹੈ ਉੱਚੇ ਦੀ। ਠੀਕ ਹੈ। ਸਭ ਤੋਂ ਉੱਚੀ ਜਿਹੜੀ ਪਾਵਰ ਹੈ, ਸ਼ਕਤੀ ਹੈ ਪਰਮੇਸ਼ਰ ਦੀ, ਉਹਦੀ ਨਿਗਾਹ ਦੇ ਵਿੱਚ ਉਹ ਸਰਵਸ਼੍ਰੇਸ਼ਟ ਹੈ, ਤਾਂ ਉੱਚਾ ਹੈ। ਠੀਕ ਹੈ। ਦਰਗਾਹ ਦੇ ਵਿੱਚ ਉਹਦੀ ਇੱਜ਼ਤ ਹੈ। ਸੰਸਾਰ ਹੋਵੇ ਭਾਵੇਂ ਨਾ ਹੋਵੇ, ਉਹਨੇ ਸੰਸਾਰ ਤੇ ਕੀ ਕਹਿਣਾ, ਉਹ ਤਾਂ ਪਹਿਲੇ ਫੈਸਲਾ ਬੰਦੀ ਬੈਠਾ ਸੰਸਾਰ ਵਾਲਾ।
ਉਹਦਾ ਪਲੇਟਫਾਰਮ ਤੇ ਬੈਠਾ ਵੀ ਗੱਡੀ ਆਵੇਗਾ ਚੜਾ। ਠੀਕ ਹੈ। ਹਾਂ ਹਾਂਜੀ, ਮਨ ਆਪਣੇ ਹੈ ਸਭ ਤੇ ਨੀਚਾ। ਆਪਣੇ ਮਨ ਕਰ ਭਾਵੇਂ ਉਹ ਉੱਚਾ ਹੈ ਜਗ੍ਹਾ ਦੇ ਵਿੱਚ, ਉਹਨੂੰ ਪਤਾ ਵੀ ਹੈ ਇਸ ਗੱਲ ਦਾ, ਪਰ ਆਪਣੇ ਆਪ ਨਹੀਂ, ਆਪਣੇ ਮਨ ਕਰਕੇ ਸਭ ਤੇ ਨੀਚਾ। ਸੰਸਾਰ 'ਚ ਇਹ ਗੱਲ ਨਹੀਂ ਉਹ ਕਹਿੰਦਾ ਵੀ ਤੁਹਾਨੂੰ ਕੌਣ ਪੁੱਛਦਾ ਉਹ ਦਰਗਾਹ 'ਚ, ਦਰਗਾਹ ਤਾਂ ਸਾਡੀ ਚੱਲਦੀ ਹੈ, ਇਹ ਗੱਲ ਨਹੀਂ ਕਹਿੰਦਾ। ਇਹ ਵੀ ਹੰਕਾਰ ਹੈ, ਇਹ ਵੀ ਹੰਕਾਰ ਹੈ। ਠੀਕ ਹੈ। ਆਓ ਪਤਾ ਵੀ ਇਹਦਾ ਹੰਕਾਰ। ਹਾਂਜੀ ਕਰਕੇ ਫਿਰ ਵੀ ਨੀਚਾ ਹੈ ਆਪਣੇ ਕੋਲ। ਠੀਕ ਹੈ। ਬ੍ਰਹਮ ਗਿਆਨੀ, ਹੋਰ ਵੀ ਚਾਹੀਦਾ। ਠੀਕ ਹੈ ਜੀ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਆਪ ਬ੍ਰਹਮ ਗਿਆਨੀ ਤਾਂ ਉਹੀ ਬਣਦੇ ਨੇ ਜਿਹਨਾਂ ਨੂੰ ਪ੍ਰਭ ਪਰਮੇਸ਼ਰ ਆਪ ਕਰਦਾ ਹੈ। ਉਹ ਬ੍ਰਹਮ ਗਿਆਨੀ ਬਣਨਾ ਕਿਹੜਾ ਗਾਹਾਂ ਕਿਸੇ ਦੇ ਬਸ ਦੀ ਗੱਲ ਹੈ। ਉਹ ਰਿਸ਼ਵਤ ਦੇ ਕੇ ਤਾਂ ਬਣਿਆ ਨਹੀਂ ਜਾ ਸਕਦਾ। ਇਹ ਕਿਹੜਾ BBS ਦੀ ਉੱਥੇ ਦਾਖਲਾ ਵੀ ਕੋਈ ਲੈ ਲੂਗਾ ਪੈਸੇ ਦੇ ਕੇ। ਆ ਵੈਸੇ ਫੀਸ ਤਾਂ ਇੱਥੇ ਵੀ ਲੱਗਦੀ ਹੈ, ਸਿਰ ਦੇਣਾ ਪੈਂਦਾ। ਹਾਂ ਇੱਥੇ ਹੈ ਨਾ, ਤਨ ਮਨ ਧਨ ਸਭ ਸਭ ਗੁਰ ਹੁਕਮ ਮੰਨਿਆ ਪਾਈਆ। ਠੀਕ ਹੈ। ਹਾਂ ਇੱਥੇ ਰੱਖੀ ਦਾ ਫਿਰ ਇਹਦੇ ਕੋਲ ਰਹਿੰਦਾ ਹੀ ਨਹੀਂ ਕੋਲ, ਆਪਣਾ ਆਪਾ ਹੀ ਨਹੀਂ ਰਹਿੰਦਾ। ਹਾਂਜੀ ਪਰ ਪੈਸਿਆਂ ਨੂੰ ਨਹੀਂ ਮਿਲਦੀ ਕੰਚਨ। ਕਬੀਰ ਕੀ ਕਹਿੰਦਾ, ਕਹਿੰਦਾ ਕੰਚਨ ਜੋ ਪਾਈਏ ਨਹੀਂ ਤੋਲ। ਠੀਕ ਹੈ। ਸੋਨੇ ਦੇ ਬਰਾਬਰ ਤਾਂ ਮਿਲਿਆ ਨਹੀਂ ਤਾਂ ਰਾਜੇ ਲੈ ਜਾਣ। ਹਾਂਜੀ ਰਾਮ ਵਰਗੇ ਕਹਿੰਦੇ ਕਿਉਂ ਫਿਰ ਕੰਗਾਲ ਰਹਿੰਦੇ ਸਰਦੀਨੇ ਕਾਟ, ਉਹ ਲੰਕਾ ਸੋਨੇ ਦੀ ਸੀ। ਬੜੇ ਬੜੇ ਰਾਜੇ ਬ੍ਰਹਮਿਆਨੀ ਹੋ ਜਾਂਦੇ ਪੈਸੇ ਦੇ ਜ਼ੋਰ ਤੇ। ਠੀਕ ਹੈ। ਕੰਚਨ ਜੋ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਓ ਹੈ ਬੋਲ। ਬੁੱਧੀ ਮੈਂ ਮਨ ਦੇ ਕੇ ਆਪਣਾ ਤਾਂ ਰਾਮ ਬੋਲ ਲਿਆ। ਮਨ ਵੇਚਣਾ ਪੈਂਦਾ ਸਤਿਗੁਰ ਕੇ ਪਾਸ। ਹਾਂ ਜੀ। ब्रह्म ज्ञानी सगल की रीना, आत्म रस ब्रह्म ज्ञानी चीना। ब्रह्म ज्ञानी सगल की रीना, वही गल ब्रह्म ज्ञानी है जड़ा, वो रीना सगल, वो ऐसा मतलब उसका ज्ञान, वो कोई ऐसा ज्ञान है जो सारिया दी बुद्धि नूं तेज करता, सारिया दी दृष्टि ऐसी बना देता कि वो निराकार का दर्शन कर लेती है, सारिया का भरम दूर करता, सारिया मत्तां दा ही जेड़ा ब्रह्म ज्ञानी ने ज्ञान का सुरमा पा लवे, ओदी वो बुद्ध ऐसी हो जाती है निराकार का दर्शन कर लेती सगल की रीना। ठीक है। आत्म रस ब्रह्म ज्ञानी जीना, क्योंकि आत्म रस ब्रह्म ज्ञानी ने खोज लिया, वो खोजिया हुआ ही दसदा है, जिन्होंने समझ आ जाती है आत्म रसिया हो जाता है, वो भी आत्मा नूं जान लेता, आत्म रस ले लेता। हाँ जी। ब्रह्म ज्ञानी की सब ऊपर माया, ब्रह्म ज्ञानी दे कछ बुरा ना भया। ब्रह्म ज्ञानी की सब ऊपर माया, सारे ऊपर तो भी है, वो सारे कहते भी ले लो, लुट लो खजाना नाम का। वो दुश्मनों को यही कहता है क्यों तुम पागल हो आ ले लो, वो जमते तो बाहर निकल जाओ, अपना भला कर लो, अहंकार छड़ दो, दावे करने छड़ दो, कोई फायदा नहीं है। सब ऊपर सब वास्ते ही सब वास्ते कल्याणकारी है ਉਹਦਾ उपदेश, सब वास्ते। इस करके ब्रह्म ज्ञानी से कदे कोई बुरा पैदा होया ही नहीं। ऐसा सुभाव ब्रह्म ज्ञानी का लिखा जा रहा है जैसा परमेश्वर का। ठीक है। ये सुभाव परमेश्वर का है। ठीक है जी। माया और दया को फर्क होता जी, क्या अखर है? दया तो देने की इच्छा, दया जो देता वो तो दे रहा है। अच्छा जी।
ਉਹਦਾ ਉਪਦੇਸ਼ ਕਰੇ ਰਿਹਾ, ਉਹਦਾ ਦੇ ਹੀ ਰਿਹਾ। ਇੱਛਾ ਕਾਹਦੀ ਹੈ ਉਹਦੀ? ਇੱਛਾ ਤਾਂ ਪਰਮੇਸ਼ਰ ਦੀ ਹੈ। ਜਦ ਬਾਤ ਬੱਦਲ ਬਰਸਦਾ ਹੈ ਉਹ ਵਿਆਹ ਹੈ। ਬੱਦਲ ਬਣ ਕੇ ਆ ਤਿਆਰ ਹੋਣਾ ਦਇਆ ਹੈ। ਪਰਮੇਸ਼ਰ ਦਇਆ ਕਰਦਾ, ਬੱਦਲ ਆ ਗਿਆ। ਜੇ ਵਰਸਿਆ ਦੀ ਵਿਆਹ ਤਾਂ ਹੋਈ ਉਹਨੂੰ। ਅੱਛਾ ਜੀ। ਮਿਲਿਆ, ਜੋ ਮਿਲਿਆ ਪ੍ਰਾਪਤ ਹੋਇਆ ਵਿਆਹ। ਜੋ ਉਹਨੇ ਦੇਣ ਦੀ ਇੱਛਾ ਬਣਾਈ ਸੀ, ਕਹਿੰਦਾ ਵੀ ਦੇ ਤਾਂ ਮੈਂ ਤੈਨੂੰ ਦਿੱਤਾ ਜ਼ਰੂਰ। ਅੱਜ ਮੇਰੇ ਕੋਲ ਚੀਜ਼ ਹੈ ਨਹੀਂ। ਅੱਜ ਗੱਡੀ ਕੋਈ ਮੰਗ ਕੇ ਲੈ ਗਿਆ, ਮੈਨੂੰ ਬੜਾ ਅਫਸੋਸ ਹੈ। ਤੈਂ ਕਦੇ ਗੱਡੀ ਮੰਗੀ ਸੀ, ਗੱਡੀ ਘਰ ਹੈ ਨਹੀਂ ਅੱਜ। ਦਇਆ ਤਾਂ ਉਹ ਸੀ, ਦੇਣ ਦੀ ਇੱਛਾ ਸੀ, ਪਰ ਮਿਲੀ ਤਾਂ ਨਹੀਂ ਉਹਨੂੰ ਗੱਡੀ। ਮਾਇਆ ਜੋ ਮਿਲ ਜਵੇ, ਦਇਆ ਜੋ ਦੇਣ ਦੀ ਇੱਛਾ ਹੈ। ਠੀਕ ਹੈ। ਦੇਣ ਦੀ ਇੱਛਾ ਹੋਰ, ਦੇ ਦੇਣਾ ਹੋਰ ਗੱਲ। ਅੱਛਾ। हाँ जी। ब्रह्म ज्ञानी सदा समदर्शी, ब्रह्म ज्ञानी की दृष्टि अमृत बरसी। ब्रह्म ज्ञानी सदा समदर्शी है। संसार दे विच अपना पराया जिहड़ा है ਉਹਨੂੰ ਹੁੰਦਾ। कला प्रसाद बरताउने गुरुद्वारे, चाहे कोई बच्चा खावे ना खावे, चाहे एक दिन का होवे, ਉਹਨੂੰ भी बरतारा ਹੁੰਦਾ ही। ਜਿਹਦੇ ਗੋਦੀ ਚ ਉਹਨੂੰ ਵੀ ਵਰਤਾਰਾ ਹੁੰਦਾ ਹੀ। ਚਾਹੇ ਕੋਈ ਵੀ ਹੈ, ਚਾਹੇ ਉਹਦੀ ਮਾਂ ਹੈ, ਚਾਹੇ ਭੈਣ ਹੈ, ਚਾਹੇ ਭਾਈ ਹੈ, ਚਾਹੇ ਉਹਦਾ ਬਾਪ ਹੈ। ਠੀਕ ਹੈ ਜੀ। ਪਰ ਉਹ ਸਮਦਰਸ਼ੀ ਹੈ। ਇੱਕੋ ਜਿਹਾ ਹੀ ਕੱਫਾ ਮਿਲ ਜਾਂਦਾ ਸਭ ਨੂੰ। ਦੇਖਦਾ ਉਹ। ਠੀਕ ਹੈ ਜੀ। ਹਾਂਜੀ। ਜੇ ਕੋਈ ਹੋਰ ਕਿਸੇ ਜਾਤ ਦਾ ਧਰਮ ਦਾ ਆ ਗਿਆ, ਉੱਥੇ ਉਹੀ ਵਰਤਾਰਾ। ਸਮਦਰਸ਼ੀ ਹੈ। ਇਹ ਜਿਹੜਾ ਲੰਗਰ ਸੀ ਸਾਡਾ ਬਾਹਰ ਪ੍ਰਸ਼ਾਦ ਵਰਤਾਉਣ ਦਾ, ਸਮਦਰਸ਼ੀ ਹੈ। ਇਹ ਜੋ ਸਮਦਰਸ਼ਤਾ ਦਾ ਪਤਾ ਲੱਗਦਾ। ਠੀਕ ਹੈ। ਸਾਰਿਆਂ ਨੂੰ ਸਮਾਨ ਪਰ ਸਮਝਣਾ ਸਮਦਰਸ਼ੀ। ਬ੍ਰਹਮ ਗਿਆਨੀ ਕੀ ਦ੍ਰਿਸ਼ਟੀ ਅਮ੍ਰਿਤ ਬਰਸੀ। ਬ੍ਰਹਮ ਗਿਆਨੀ ਜਿਹੜੀ ਦ੍ਰਿਸ਼ਟੀ ਹੈ ਉਹ ਜੋ ਅਮ੍ਰਿਤ ਬਰਸਦਾ। ਠੀਕ ਹੈ। ਅਮ੍ਰਿਤ ਬਰਸਾਉਂਦੀ ਬਾਰਿਸ਼ ਕਰਦੀ ਹੈ, ਸੱਚ ਬੋਲਦੀ ਹੈ, ਸੱਚ ਦੀ ਬਾਰਿਸ਼ ਕਰਦੀ ਹੈ, ਨਾਮ ਦਾ ਵਿਖਿਆਨ ਕਰਦੀ ਹੈ। ਨਾਮ ਦਾ ਵਿਖਿਆਨ ਨਾਮ ਅਮਰ ਦੀ ਵਰਖਾ। ਹਾਂਜੀ। ब्रह्म ज्ञानी बंधन ते मुक्ता, ब्रह्म ज्ञानी की निर्मल युक्ता। ब्रह्म ज्ञानी बंधना ते मुक्ता होता है, बंधना च नहीं होता। इस करके ब्रह्म ज्ञानी की जिहड़ी युक्ति है निर्मल, वो जिहड़ी युक्ति है वो मलिनता नहीं है। जिहड़ी युक्ति नाल वरतदा है साल नाल, वो मलिनता रख के किसी नाल वरतदा। मलिनता रख के किसी को उपदेश नहीं दिता। निर्मल युक्ति है उसकी। ठीक है। वो अगला कहा ना बोले, उसे तरीके नाल सब नूं गल दसनी है। जिस तरीके नाल ਉਹਦਾ ਕਿੰਨਾ ਹੀ ਪਿਆਰਾ ਹੈ ਜਾਂ ਉਹਦਾ ਕੋਈ ਵਿਰੋਧੀ ਹੈ, ਉਹਨੇ ਗੱਲ ਉਸੇ ਤਰੀਕੇ ਨਾਲ ਕਰਦੀ। ਠੀਕ ਹੈ। ਤੇ ਉਹ ਲਾਭ ਉਠਾ ਲਵੇ, ਨਾ ਉਠਾਵੇ ਫਿਰ ਉਹਦਾ। ਠੀਕ ਹੈ। ਹਾਂਜੀ। ਇਹ ਨਹੀਂ ਹੈ ਵੀ ਬਲ ਪਾ ਕੇ ਗੱਲ ਕੀਤੀ। ਹਾਂਜੀ। ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान। ब्रह्म ज्ञानी का भोजन की होता ज्ञान। क्या मतलब है? ब्रह्म ज्ञानी शरीर तो अलग, शरीर तो अलग व्यक्ति का नाम है। पंचभूत पंजा तत्तां की देह नहीं होती होंदी, वो आत्मा होंदी है। आत्मा है वो सिर्फ मरोल, आत्मा का ज्ञान। नानक ब्रह्म ज्ञानी का ब्रह्म ध्यान। ਜਿਹੜਾ ब्रह्म ज्ञानी है उसका ध्यान की है? आत्म ध्यान धारी है। ब्रह्म कौन है? वो आप ब्रह्म है। ठीक है। अब आत्म ध्यान धारी है। कई कोट आत्म ध्यान धार है।
कई कोट कवि का विचार है, वो आत्म ध्यानधारी है, आत्म ध्यानी है। ब्रह्म ज्ञानी एक ऊपर आस, ब्रह्म ज्ञानी का नहीं विनाश। ज्ञानी की आस एक ऊपर है, एक कौन है? शब्द गुरु। हुक्म है एक, हुक्म ने ऊपर आस होती, हुक्म ने बिल्कुल किसी के आस नहीं होती। जो भी कुछ हो निर्भर करता है हुक्म के उत्ते करता है। हाँ, ब्रह्म ज्ञानी का नहीं विनाश है, इस करके ब्रह्म ज्ञानी का विनाश है नहीं है, उसका कुछ भी नाश नहीं होता, क्योंकि हुक्म बुझ लिया उन्हें। ठीक है, हुक्म जान लिया उन्हें। और जो जन जान पछै पर खुद, इन्होंने उत्तम पुरख ਨੂੰ जान के उत्तम पुरख ਨਾਲ जुड़ गए, इन्होंने नाम ਨੂੰ बुझ के, नाम ਨਾਲ ਜਿਹੜੇ जुड़ गए, हुक्म ਨਾਲ जुड़ गए, जुड़ के शब्द मिल गया। जो जन जान पछै उत्तम तिनका कछू ना नाथा, उनका कुछ भी नाश नहीं होता। की नाश होगी? तिनका कछू ना नाथा, उनका कुछ भी नाश हो सकता। ब्रह्मज्ञानी का नहीं विनाश, विनाश विनाश। हाँ जी, ब्रह्म ज्ञानी के गरीबी समाहा, ब्रह्म ज्ञानी परोपकार उमाहा। और ब्रह्म ज्ञानी गरीबी तू पसंद करता, गरीबी भेज रहता है, गरीबी नाले च रहता है, निर्भरता सहित रहता है। आओ बड़ा बनने की इच्छा, ਉਹਦੇ ਅੰਦਰ ਦੁਨੀਆ ਦੀ ਵਡਿਆਈ ਦੀ ਇੱਛਾ ਹੀ ਨਹੀਂ। ਛੋਟਾ ਬਣਨ ਦੀ ਇੱਛਾ, ਬੜਾ ਬਣਨ ਦੀ ਇੱਛਾ ਨਹੀਂ ਹੈ। ਠੀਕ ਹੈ ਜੀ। ਹਾਂ, ਤੇ ਬ੍ਰਹਮ ਗਿਆਨੀ ਪਰਉਪਕਾਰ ਮਾਹਾ, ਪਰਉਪਕਾਰ ਵਾਸਤੇ ਬੜਾ ਕਾਹਲਾ ਰਹਿੰਦਾ, ਉਹ ਚਾਅ ਰਹਿੰਦਾ, ਹਰ ਵਕਤ ਚਾਅ ਪਰਉਪਕਾਰ ਦਾ ਰਹਿੰਦਾ। ਅੱਛਾ ਜੀ। ਮਾਹਾ ਪਰਉਪਕਾਰ ਵਾਸਤੇ ਹਰ ਵੇਲੇ ਚਾਅ, ਕਿਸੇ ਨੂੰ ਕੋਈ ਪੁੱਛੇ, ਕਿਸੇ ਨੂੰ ਕੋਈ ਦੱਸਿਆ ਜਾਵੇ, ਉਹਦਾ ਭਲਾ ਹੋ ਜਾਵੇ, ਪਰਉਪਕਾਰ ਹੋ ਜਾਵੇ, ਇਹ ਗੱਲ ਦਾ ਉਹਦੇ ਅੰਦਰ ਮਾਹਾ ਰਹਿੰਦਾ। ਅੱਛਾ ਜੀ। ਇਹ ਗੱਲ ਖਾਤਰ ਦੱਸਣ ਵਾਲਾ ਕਾਹਲਾ ਹੈ, ਪੁੱਛਣ ਵਾਲਾ ਚਾਹੇ ਨਾ ਹੋਵੇ। ਹਾਂ, ਠੀਕ ਹੈ ਜੀ। ਹਾਂ, ਗਵਾਹ ਜਿਹੜਾ ਚਾਹੇ ਪਤਾ ਹੀ ਚਾਹੇ ਸੁਸਤ ਹੋਵੇ, ਪਰ ਉਹ ਲੈਣ ਵਾਲਾ ਚਾਹੇ ਸੁਸਤ ਹੋਵੇ, ਦੇਣ ਵਾਲਾ ਨਹੀਂ ਸੁਸਤ ਹੈ। ਠੀਕ ਹੈ। ਦਾਤਾ ਸੁਸਤ ਨਹੀਂ ਹੈ। ਆਹ ਕਹਿੰਦਾ ਲੈ ਜਾ, ਜਲਦੀ ਹੋ ਲੈ ਜਾ, ਸਭ ਕੁਝ ਜਿੰਨਾ ਚਾਹੇ। ਉਹ ਕਹਿੰਦਾ ਬਸ ਬਸ, ਉਹ ਕਹਿੰਦਾ ਹੋਰ ਲੈ ਜਾ। ਵਾਹ, ਗਿਆਨ ਲੈ ਜਾ, ਉਹ ਵੀ ਥੋੜਾ। ਹਾਂਜੀ। ब्रह्म ज्ञानी के नाही धंधा, ब्रह्म ज्ञानी ले धावत बंदा। ब्रह्म ज्ञानी का ज्ञान देना धंधा नहीं है, धंधा नहीं है। पालन परोपकार है ਉਹਦੇ ਵਿੱਚ, पर ਉਹਦਾ धंधा नहीं है। ठीक है। ज्ञान बेचता नहीं है, वो धंधा नहीं करता। ठीक है। धंधा नहीं करता तो ब्रह्म ज्ञानी है, जो धंधा करता है फिर धर्म ज्ञानी। ब्रह्म ज्ञान है ही नहीं, धंधा ही नहीं करता। ब्रह्म ज्ञानी ले धावत बंदा। ਜਿਹੜੇ ਬੰਦੇ ਹੁੰਦੇ ਨੇ ਬੰਦ, ਮਾਇਆ ਦੇ ਬੰਧਨ, ਇਹਨੂੰ ਰੋਕ ਨਹੀਂ ਸਕਦੇ ਬ੍ਰਹਮ ਗਿਆਨੀ। ਅੱਛਾ ਜੀ। ਮਾਇਆ ਦੇ ਬੰਧਨ ਨਹੀਂ, ਉਹਨੂੰ ਮਾਇਆ ਦੇ ਬੰਧਨ, ਉਹਨੂੰ ਮਾਇਆ ਖਾਤਰ ਮਜਬੂਰ ਨਹੀਂ ਕਰ ਸਕਦੇ। ਭਾਵੇਂ ਸਰੀਰਕ ਲੋੜਾਂ ਹੈਗੀਆਂ ਨੇ ਉਹਦੀਆਂ ਵੀ ਲੋੜਾਂ ਨੇ ਸੰਸਾਰ ਵਰਗੀ, ਪਰ ਫੇਰ ਵੀ ਉਹਨੂੰ ਲੋੜਾਂ ਬੰਧਨ ਮਜਬੂਰ ਨਹੀਂ ਕਰ ਸਕਦੇ ਕਿ ਉਹ ਧਰਮ ਨੂੰ ਧੰਦਾ ਬਣਾ ਲਵੇ। ਇਸ ਬੰਧਨਾਂ ਨੂੰ ਲੈ ਕੇ ਹੀ ਉਹ ਉੱਠ ਜਾਂਦਾ ਹੈ।
ਇਹ ਬੰਦਨਾ ਤੋਂ ਮੁਕਤ ਹੈ। ਪਤਨਾ ਦੇ ਹੁੰਦੇ ਹੋਏ ਵੀ ਸਰੀਰਕ ਬੰਦਨਾ ਸਰੀਰ ਵਿੱਚ ਰਹਿੰਦਾ ਹੋਇਆ ਵੀ ਇਹ ਬੰਦਨਾ ਤੋਂ ਬੰਦਨਾ ਨੂੰ ਸਣੇ ਉੜਿਆ ਫਿਰਦਾ, ਸਣੇ ਬੰਦਨੀ ਲੈ ਕੇ ਉੜਿਆ ਫਿਰਦਾ, ਆਕਾਸ਼ ਚ ਰਹਿੰਦਾ। ਸਰੀਰ ਨਾਲ ਜੁੜਿਆ ਹੋਇਆ ਵੀ ਆਕਾਸ਼ ਚੱਲੇ ਧਾਵਤ ਬੰਦਾ, ਬੰਦਨਾ ਦੇ ਬਾਵਜੂਦ ਵੀ ਆਕਾਸ਼ ਮਾਰਗ ਚ ਰਹਿੰਦਾ। ਉਹ ਥੱਲੇ ਨਹੀਂ ਉਤਰਦਾ ਜ਼ਮੀਨ ਤੇ। ਜ਼ਮੀਨੀ ਚੀਜ਼ਾਂ ਨਾਲ ਪ੍ਰੇਮ ਨਹੀਂ ਕਰਦਾ, ਜ਼ਮੀਨੀ ਵਾਇਆ ਨਾਲ ਪ੍ਰੇਮ ਨਹੀਂ ਕਰਦਾ, ਜ਼ਮੀਨੀ ਜਿਹੜਾ ਕਰਦਾ ਇਹਦੇ ਨਾਲ ਪ੍ਰੇਮ ਨਹੀਂ ਕਰਦਾ, ਇਹਦੀ ਪਰਵਾਹ ਨਹੀਂ ਕਰਦਾ। ਜਿਹੜੇ ਜ਼ਮੀਨ ਤੇ ਰਹਿੰਦੇ ਨੇ ਉਹ ਧੰਦਾ ਬਣਾ ਲੈਂਦੇ ਨੇ। ਹਾਂ ਠੀਕ ਹੈ ਜੀ। ਹਾਂਜੀ, ਬ੍ਰਹਮ ਗਿਆਨੀ ਕੇ ਹੋਏ ਸੋ ਭਲਾ, ਬ੍ਰਹਮ ਗਿਆਨੀ ਸੁਫਲ ਫਲਾ। ਬ੍ਰਹਮ ਗਿਆਨੀ ਕੇ ਹੋਏ ਸੋ ਭਲਾ, ਬ੍ਰਹਮ ਗਿਆਨੀ ਤੇ ਜੋ ਹੋਊਗਾ, ਜੇ ਕੁਝ ਹੋਊਗਾ ਬ੍ਰਹਮ ਗਿਆਨੀ ਦੇ ਤਾਂ ਭਲਾ ਹੀ ਹੋਊਗਾ, ਹੋਰ ਕੁਝ ਨਹੀਂ ਹੋ ਸਕਦਾ। ਭਲੇ ਤੋਂ ਸੁਭਾਅ ਬ੍ਰਹਮ ਗਿਆਨੀ ਤੋਂ ਕੁਝ ਹੋ ਹੀ ਨਹੀਂ ਸਕਦਾ। ਇਸ ਕਰਕੇ ਬ੍ਰਹਮ ਗਿਆਨੀ ਨੂੰ ਸ੍ਰੇਸ਼ਟ ਸੁਫਲ ਫਲਾ ਸਭ ਫਲ ਲੱਗਦਾ ਹੈ, ਐਸਾ ਫਲ ਲੱਗਦਾ ਹੈ ਔਰ ਇੰਨਾ ਫਲ ਲੱਗਦਾ ਹੈ। ਫਲ ਵੀ ਸਰਬ ਸ੍ਰੇਸ਼ਟ ਹੈ, ਲੱਗਦਾ ਵੀ ਇੰਨਾ ਕਿ ਪੂਰਾ ਭਰ ਜਾਂਦਾ, ਲੱਦ ਜਾਂਦਾ। ਗਿਆਨ ਵੀ ਕਿਸੇ ਕੋਲ ਆਤਮ ਗਿਆਨ ਹੈ ਵੀ ਇੰਨਾ ਕਿ ਜਿੰਨਾ ਖਰਚਦਾ ਉਦੋਂ ਹੀ ਵਧੀ ਜਾਂਦਾ। ਤੂੰ ਫਲ ਫਲਾ ਇਸ ਫਲ ਨਾਲ ਪੂਰੇ ਦਾ ਪੂਰਾ ਲੱਗਿਆ ਹੋਇਆ। ਹਾਂਜੀ, ਬ੍ਰਹਮ ਗਿਆਨੀ ਸੰਗੀ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਗਿਆਨੀ ਦੇ ਨਾਲ ਜਿਹੜੇ ਜਾਂਦੇ ਨੇ, ਹਾਂਜੀ, ਜਿਹੜੇ ਆ ਜਾਂਦੇ ਨੇ ਉਹਦੇ ਪੱਖ ਚ ਆ ਜਾਂਦੇ ਨੇ, ਉਹਨਾਂ ਦਾ ਸਾਰਿਆਂ ਦਾ ਉਧਾਰ ਹੋ ਜਾਂਦਾ। ਜਿਹੜੇ ਗੁਰੂ ਘਰ ਨਾਲ ਜੁੜ ਜਾਂਦੇ ਨੇ, ਗੁਰੂ ਗਿਆਨ ਦੀ ਗੱਲ ਗੁਰਬਾਣੀ ਲੈਂਦੇ ਨੇ, ਇਹਦਾ ਗਿਆਨ ਲੈ ਲੈਂਦੇ ਨੇ, ਉਹਨਾਂ ਦਾ ਉਧਾਰ ਹੋਏ ਗਿਆ, ਹੋਇਆ ਹੀ ਹੈ। ਤਾਂ ਰਹੂਗਾ ਜੇ ਹੁੰਦਾ ਆਇਆ ਅਗਲੋ ਕੋਈ ਵੀ ਹੋਵੇ, ਸਾਰਿਆਂ ਦਾ ਉਧਾਰ ਹੋ। ਹਾਂਜੀ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਇਸ ਕਰਕੇ ਬ੍ਰਹਮ ਗਿਆਨੀ ਨੂੰ ਸਾਰੇ ਸੰਸਾਰ ਜਪਦਾ। ਬ੍ਰਹਮ ਗਿਆਨੀ ਨੂੰ ਜਪਦਾ ਹੈ ਜਾਂ ਬ੍ਰਹਮ ਗਿਆਨ ਨੂੰ ਜਪਦਾ, ਗੱਲ ਇੱਕੋ ਹੀ ਹੈ। ਬ੍ਰਹਮ ਗਿਆਨੀ ਨੂੰ ਸਮਝਦੇ ਸਮਝਦੇ ਬ੍ਰਹਮ ਗਿਆਨ ਦੀ ਸਮਝਿਆ ਜਾਂਦੀ। ਪਰਮੇਸ਼ਰ ਬ੍ਰਹਮ ਗਿਆਨੀ ਉਹਨੂੰ ਸਮਝਦਾ ਸਮਝਦਾ ਬ੍ਰਹਮ ਗਿਆਨੀ ਬਣ ਜਾਂਦਾ। ਜਿਹਨੇ ਜਾਣਿਆ ਸੋਤੇ ਸੀ ਜੇ ਆ, ਠੀਕ ਹੈ ਜੀ, ਜਿਹਨੇ ਉਹਦੇ ਵਰਗਾ ਹੀ ਬਣ ਜਾਂਦਾ। ਲੈਣੇ ਦੇ ਨਾਨਕ ਨੂੰ ਜਾਣਿਆ, ਨਾਨਕੇ ਬਣ ਗਿਆ। ਠੀਕ ਹੈ ਜੀ, ਫਰਮੂਲਾ ਗੋਰਾ ਜਾਣਿਆ ਸੋਤੇ ਸੀ ਜੇ, ਜਿਹਨੇ ਹੁਕਮ ਬੁੱਝ ਰਿਹਾ, ਹੁਕਮ ਰੂਪੇ ਹੋ ਗਿਆ, ਹੁਕਮ ਵਿੱਚ ਸਮਾ ਗਿਆ। ब्रह्म ज्ञानी के एक रंग, ब्रह्म ज्ञानी के बसै प्रभ संग। ब्रह्म ज्ञानी के एक रंग, एक रंग है, ब्रह्म ज्ञानी को दूआ है ही नहीं। वो कहना नाम का रंग है और आपे ही एक रंग है, आपे बहुत रंगी, बाकी रंग का सारे दे बिचे ने। नाम का ऐसा रंग है ब्रह्म ज्ञान का, सारे ज्ञान के बिचे ही सारी सृष्टि हुक्म नाल साझी है। हुक्म में ब्रह्म ज्ञानी है, हुक्म के पिछे ब्रह्म ज्ञान है। हाँ जी, हाँ जी, ब्रह्म ज्ञानी के बसै प्रभ संग। प्रभ तो ਉਹਦੇ ਨਾਲ ਹੀ ਵਸਦਾ, ब्रह्म ज्ञानी ਤੇ प्रभ और ब्रह्म ज्ञानी ਦੇ ਦੋ ਹੁੰਦੇ ਨੇ। ठीक है, हुक्म ਦੇ ਨਾਲ ਵਸਦਾ, ਉਹ ਆਤਮ ਦੇ ਨਾਲ। ठीक है जी। ब्रह्म ब्रह्म ज्ञानी के नाम आधार, ब्रह्म ज्ञानी के नाम परवार। ज्ञानी का आधार की है नाम,
ਉਹਦੇ ਬਾਅਦ ਪ੍ਰਭ ਆਧਾਰ ਉਹੀ ਉਹਦਾ ਪ੍ਰਭ ਹੈ, ਉਹੀ ਉਹਦਾ ਆਧਾਰ ਹੈ, ਉਹੀ ਉਹਦਾ ਪਰਿਵਾਰ ਹੈ। ਪਰਿਵਾਰ ਹੋਰ ਕੌਣ? ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧੂ, ਤੂੰ ਮੇਰਾ ਭਰਾਤਾ, ਇਹੀ ਤਾਂ ਪਰਿਵਾਰ ਹੈ ਉਹਦਾ। ਠੀਕ ਹੈ ਜੀ। ਜਿਹਦਾ ਆਧਾਰ ਹੈ ਉਹੀ ਪਰਿਵਾਰ। ਹਾਂਜੀ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ। ਬ੍ਰਹਮ ਗਿਆਨੀ ਸਦਾ ਸਦ ਜਾਗਦਾ, ਜਾਗਦਾ ਰਹਿੰਦਾ। ਸਮਝੀ ਹੈ ਉਹ ਸੌਂਦਾ ਉਹਨਾਂ ਚਿਰ ਤਾਂ ਨਜ਼ਰ ਭਰਮ ਗਿਆਨੀ ਸੀ, ਨਜ਼ਰ ਮਾਇਆ ਚ ਲਿਪਤ ਹੁੰਦਾ ਸੀ। ਹੁਣ ਤਾਂ ਲਿਪਤ ਨਿਰਲੇਪ ਰਹਿੰਦਾ। ਜਿੰਨਾ ਚਿਰ ਮਾਇਆ ਦਾ ਲੇਪ ਤਾਂ ਉਦੋਂ ਨੀਂਦ ਹੁੰਦੀ ਸੀ, ਉਹ ਨਿਰਲੇਪ ਹੋ ਗਿਆ, ਵੀ ਚੱਕੀ ਗਈ ਸਦਾ ਸਦ ਜਾਗਤ। ਠੀਕ ਹੈ। ਬ੍ਰਹਮ ਗਿਆਨੀ ਬੁੱਧ ਤਿਆਗਤ, ਬੁੱਧ ਤਿਆਗੀ ਹੋਈ ਆ ਉਹਦੀ। ਮੈਂ ਕੁਝ ਕਰ ਸਕਦਾ ਹੈ ਤਾਂ ਉਹਨੂੰ ਉਹਦੇ ਨੇੜੇ ਵੀ ਨਹੀਂ ਆਉਂਦੀ ਗੱਲ। ਠੀਕ ਹੈ ਜੀ। ਮੈਂ ਕਰ ਸਕਦਾ ਇਹ ਤਾਂ ਉਹਦੇ ਅੰਦਰ ਖਿਆਲ ਪੈਦਾ ਹੀ ਨਹੀਂ ਹੋ ਸਕਦਾ। ਹਾਂ ਬੁੱਧ ਹੈ, ਮੈਂ ਕੁਝ ਕਰ ਸਕਦਾ, ਇਸ ਬੁੱਧ ਕਹਿੰਦੇ ਨੇ। ਠੀਕ ਹੈ ਜੀ। ਉਹਦੀ ਤਿਆਗੀ ਹੋਈ ਹੈ। ਠੀਕ ਹੈ ਜੀ। ਹਾਂਜੀ। ब्रह्म ज्ञानी के मन परमानंद, परम ज्ञानी के कर सदा आनंद। ब्रह्म ज्ञानी के मन की है परम आनंद, परमानंद। परमानंद कौन है? हुक्म। मन में हुक्म प्रगट है, परम आनंद देने वाला परमानंद होता है। अच्छा। परमानंद वो है जी तो परमानंद मिले, हुक्म तो ही परमानंद मिलता है। वो कुछ समाये हुए परमानंद मिलता, परमानंद है, ये तो मिलता परमानंद है। हाँ जी। ब्रह्म ज्ञानी के सदानंद। हाँ जी। इसे करके हृदय सदानंद है। सदानंद परमानंद जिसे बैठा रहते होना उससे सदानंद है होना, और की होगा। ठीक है जी। हाँ जी। ब्रह्म ज्ञानी सुख सहज निवास, नानक ब्रह्म ज्ञानी का नहीं विनाश। ब्रह्म ज्ञानी सुख सहज निवास, ब्रह्म ज्ञानी का सुख सहज निवास, सुख सहज अवस्था में टिकया रहना। सुख में सहज टकाव की अवस्था में रहना, सुख की अवस्था में रहना। नानक ब्रह्म ज्ञानी का नहीं विनाश, इस करके उसका विनाश नहीं। ठीक है जी। ब्रह्म ज्ञानी ब्रह्म का बेता, ब्रह्म ज्ञानी एक संग हेता। ब्रह्म ज्ञानी ਉਹਨੂੰ ਕਹਿੰਦੇ ਨੇ ਜਿਹੜਾ ਬ੍ਰਹਮ ਨੂੰ ਜਾਣਦਾ ਹੋਵੇ, ਬ੍ਰਹਮ ਬੇਤਾ। ਬ੍ਰਹਮ ਨੂੰ ਜਿਹਨੇ ਜਾਣ ਲਿਆ, ਆਤਮ ਨੂੰ ਜਾਣ ਲਿਆ, ਬ੍ਰਹਮ ਗਿਆਨੀ। ਜਿਹਨੇ ਆਪਣਾ ਨਿਰਾਕਾਰੀ ਸਰੀਰ, ਆਪਣੀ ਅੰਤਰਾਤਮਾ, ਆਪਣਾ ਮੂਲ ਪਛਾਣ ਲਿਆ, ਜਾਣ ਲਿਆ, ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਇੱਕ ਤਾਂ ਉਹਦੇ ਇੱਕ ਨਾਲ ਆਪਣਾ ਹਿੱਤ ਸਮਝਦਾ। ਸ਼ਬਦ ਗੁਰੂ ਨਾਲ ਜੁੜਿਆ ਹੋਇਆ, ਉਹ ਸੱਚ ਨਾਲ ਜੁੜਿਆ, ਸੱਚ ਵਿੱਚ ਸੱਚ ਨੂੰ ਆਪਣਾ ਹਿਤਕਾਰੀ ਸਮਝਦਾ, ਮਾਇਆ ਨੂੰ ਨਹੀਂ। ਠੀਕ ਹੈ। ਮਾਇਆ ਨੂੰ समझदा। बेता तो की भाव होता है? ब्रह्म ज्ञानी ब्रह्म का बेता, जानवर वाला। ठीक है जी। बेता। हाँ जी। ब्रह्म ज्ञानी के होए अचिंत, ब्रह्म ज्ञानी का निर्मल मंत। ब्रह्म ज्ञानी होए अचिंत, चिंता रहत होता है ब्रह्म ज्ञानी। चिंत होता अचिंत होने करके ही मन ਉਹਦਾ ਟਿਕਿਆ ਹੋਇਆ ਹੁੰਦਾ, चिंता रहत ਹੁੰਦਾ ਹੋਰ ਕਰਕੇ। ठीक है जी। ਹੋਏ अचिंत ਇਸ ਕਰਕੇ ਬ੍ਰਹਮ ਗਿਆਨੀ ਜਿਹੜਾ ਮੰਤਰ ਮੰਤਰ ਕੋ ਬੋਲੀ ਹੀ ਗੱਲ ਨਿਰਮਲ ਹੁੰਦੀ। ਕਿਆ ਹੋਇਆ ਮਨ ਇਹ ਨਿਰਮਲ ਮੰਤਰ ਦੇ ਸਕਦਾ, ਗੁਰਬਾਣੀ ਦੀ ਗੱਲ ਕਰ ਸਕਦਾ। ਜਿਹਦਾ ਮਨ ਜੋ ਟਿਕਿਆ ਨਹੀਂ,
ਉਹ ਉਠ ਪਟਾਂਗ ਗੱਲਾਂ ਕਰੀ ਜਾਂਦਾ, ਇਧਰਲੀ ਉਧਰਲੀ ਮਾਰੀ ਜਾਂਦਾ, ਗੋਡੀ ਕਿੰਨਾ ਚਿਰ ਟਕਿਆ ਹੋਇਆ। ਇੱਧਰ ਉੱਧਰ ਮਨ ਭੜਕਦਾ ਹੈ, ਜਿੱਧਰ ਭੜਕਦਾ ਉਹਦੀ ਗੱਲ ਕਰ ਦਿੰਦਾ। अच्छा जी, मंत्र तो मतलब है भी जो बोल के दसना है जी। हाँ, ਜਿਹੜਾ ਮੰਤਰ ਹੈ ਜਿਹੜੀ ਗੁਰਬਾਣੀ ਨੂੰ ਵੀ ਕਿਹਾ ਮੰਤਰ ਮਹਾਂਪੁਰਖ ਦਾ। ठीक है, सुना उतारण बोध को। ठीक है। हाँ जी, ब्रह्म ज्ञानी जिस करे प्रभ आप, ब्रह्म ज्ञानी का बड़ प्रताप। ब्रह्म ज्ञानी तो है जी प्रभ आप करे, ब्रह्म ज्ञानी का प्रताप बहुत बड़ा है। दीवा जालिया परमेश्वर ने, ਇਹਦਾ ਚਾਨਣਾ ਵੀ ਬਹੁਤ ਵੱਡਾ ਹੋਊ, ਪ੍ਰਤਾਪ ਵੀ ਬਹੁਤ ਵੱਡਾ ਹੋਊ। ਕਿੰਨੇ ਲੋਕ ਚਾਨਣ ਹੋ ਜਾਂਦਾ ਇਹਦਾ। ਠੀਕ ਹੈ ਜੀ। ਕਿੰਨੇ ਲੋਕ ਚਾਨਣ ਕਰ ਦਿੰਦਾ ਦੀਵਾ ਹੈ। ਪ੍ਰਭ ਦਾ ਜਾਲਿਆ ਹੈ ਦੀਵਾ ਹੈ। ਦੀਵਾ ਮੇਰਾ ਇੱਕ ਨਾਮ ਨਾਮ ਦਾ ਦੀਵਾ ਜਾਂ ਜਲਦਾ, ਕਿੰਨੇ ਲੋਕ ਪ੍ਰਭ ਜੋ ਜਲਦਾ ਦੀਵਾ ਹੈ। ਹਾਂਜੀ। ब्रह्म ज्ञानी का दर्श बड़ भागी पाइए, ब्रह्म ज्ञानी को बल बल जाइए। ब्रह्म ज्ञानी का तो दर्शन बड़े बातें कर मिलता है। ब्रह्म ज्ञानी को बल बल जाइए। ब्रह्म ज्ञानी देखो बलिहारे जाना चाहिए, कुलवान जाना चाहिए। ठीक है। हाँ, ब्रह्म ज्ञानी को खोजे महेश्वर, ब्रह्म ज्ञानी आप परमेश्वर। ब्रह्म ज्ञानी को खोजे महेश्वर, जड़े महेश्वर ने शिव जी के चेले सारे जड़े समाधि वाले ने भी खोजते रहते हैं। को ब्रह्म ज्ञानी बड़े, ब्रह्म ज्ञानी तो सानू ज्ञान मिलू। ताही गुरु नानक और सिद्धां की गलबात हुई ना। कबीर कोल भी तेरे ने साध संत जाते ही होंगे ने, सारे भक्तां नाल साध संतां की गलबात होती रही है। खोजते रहते हैं, पता लग जाता। ब्रह्म ज्ञानी को खोजे महेश्वर, नानक ब्रह्म ज्ञानी आप। ਉਹ ਨਾਨਕ ਕਹਿੰਦਾ ब्रह्म ज्ञानी आप परमेश्वर है। ब्रह्म ज्ञानी ਜਿਹੜਾ ਹੁੰਦਾ ਨਾ, परमेश्वर ਦੀ ਸੁਭਾਅ ਵਰਗਾ ਹੀ ਹੁੰਦਾ ਹੈ। परमेश्वर भी ਇਹ ਜਾਈ ਹੈ, ब्रह्म ज्ञानी भी ਇਹ ਜਾਈ ਹੈ। तो ब्रह्म ज्ञानी ने हुक्म च समाया होया हुक्म परमेश्वर है। ये बस कुल मिला के कोई ही नहीं। वो लहर है, वो पानी है। परमेश्वर पानी है, वो लहर है। वो लहर और पानी दो भी ने, दो है भी। लहर पानी हुई है कुल मिला के। तो पैदा किने की है? पैदा भूख परमेश्वर ने मारती, ਉਹਦੇ ਅੰਦਰ ਨਾਮ ਦੀ ਇੱਛਾ ਪੈਦਾ ਹੋ ਗਈ। ਉਹ ਭੂਖ परमेश्वर ने मारी है, ਉਹ ਤੋਂ ਹੀ ਲਹਿਰ ਉਹਨੇ ਪੈਦਾ ਕੀਤੀ ਹੈ। ਲਹਿਰ ਦੀਵਾ ਉਸਨੇ ਜਾਲਿਆ। ਉਹ ਦੀਵਾ ਜਾਲਿਆ, ਲੋ ਦੇ ਰਿਹਾ ਸੰਸਾਰ ਨੂੰ, ਰੋਸ਼ਨੀ ਦੇ ਰਿਹਾ। ਇਸ ਕਰਕੇ परमेश्वर ਹੈ ਦੀ ਬੈਠ ਤੇ ਉਹ ਗਿਆਨੀ ਕੁਝ ਨਹੀਂ ਆਪਣੇ ਆਪ ਚ ਹੈਗਾ ਹੈ। ਪੂਰੇ ਬਹਾਨੇ ਹੀ ਕੀਤਾ ਹੋਇਆ परमेश्वर ने। ਇਹਦੇ ਪਿੱਛੇ ਤਾਂ ਉਹ ਆਪੇ ਹੈ। ਇਹ ਤਾਂ ਆਪੇ ਕਹਿੰਦਾ ਮੈਂ ਨਹੀਂ ਕਚਾਉ ਨਹੀਂ ਕੁਝ ਆਇਆ ਨਾ ਮੋਰਾ। ਮੈਂ ਕਾਹਨੂੰ ਕੁਝ, ਮੈਂ ਤਾਂ ਕੁਝ ਵੀ ਨਹੀਂ। ਉਹ ਨਹੀਂ ਹੋ ਚਿੱਤ ਕਹਿੰਦਾ ਮੈਂ ਵੀ ਕੁਝ ਨਹੀਂ ਹੈਗਾ, ਇਹ ਵੀ ਕੁਝ ਨਹੀਂ। ਇਹ ਤਾਂ ਪਿੱਛੇ ਹੋ ਰਹੇ ਖੇਡ ਵਰਤਦੀ ਹੈ। ਸਾਡਾ ਤਾਂ ਨਾ ਵਰਤਿਆ ਹੋਇਆ। ਉਹਨਾਂ ਨੇ ਕਹਿੰਦਾ ਆਪੇ ਦੋਸ਼ ਮੈਂ ਲਈ ਕਰਤਾ ਕਹਿੰਦੇ ਆਪਣੇ ਐਵੇਂ ਦੋਸ਼ ਨਹੀਂ ਲਿਆ। ਜੰਮ ਕਰ ਮੂੰਹ ਗੱਲ ਚਲਾਇਆ, ਮੈਨੂੰ ਉਹਨਾਂ ਦੇ ਗੱਲ ਚਲਾਤਾ ਵੀ ਤੂੰ ਆਹ ਗੱਲ ਕਹਿ ਇਹਨਾਂ ਨੂੰ। ਪੱਥਰ ਪੂਜਣ ਵਾਲਿਆਂ ਨੂੰ, ਜਨੇਊ ਪਾਉਣ ਵਾਲਿਆਂ ਨੂੰ, ਜਾਂ ਵਿਦਵਾਨਾਂ ਨੂੰ, ਜਾਂ ਕਾਜ਼ੀਆਂ ਮੁੱਲਾ ਜਿਹੜੇ ਪਖੰਡਵਾਦ ਦੇ ਖਿਲਾਫ ਮੈਨੂੰ ਬੁਲਾ ਰਿਹਾ। ਅਸਲ ਚ ਬੋਲਦਾ ਆਪ ਹੈ ਪਿੱਛੇ, ਉਹ ਆਪੇ ਬੁਲਾ ਰਿਹਾ ਆਪ। ਅਸਲ ਚ ਆਦਮੀ ਦੀ ਬੋਲ, ਆਦਮੀ ਚਾਹੀਦਾ ਹੁੰਦਾ, ਆਦਮੀ ਵਾਲੀ ਬੋਲੀ ਦੀ ਗੱਲ ਕਰਨ ਵਾਲਾ, ਜਿਹਦੇ ਕੋਲ ਸਰੀਰ ਹੈ।
ਉਹ ਤੋਂ ਆਪਣੀ ਗੱਲ ਕਰਾ ਰਿਹਾ ਉਹ। ਠੀਕ ਹੈ ਜੀ। ਉਹ ਕਹਿਣ ਵਾਲਾ ਦਾ ਕੁਝ ਵੀ ਨਹੀਂ ਹੁੰਦਾ, ਉਹਦਾ ਵਿਚਾਰਾ ਹੈ ਮੋਬਾਈਲ ਹੈ, ਮੋਬਾਈਲ ਵਿਚਾਰਾ ਕੀ ਹੈ, ਬੋਲਣ ਵਾਲਾ ਕੁਝ। ਠੀਕ ਹੈ। ਉਹ ਬੋਲਦੇ ਤਾਂ ਮੋਬਾਈਲ ਹੀ ਰਹਿ ਜਾਂਦਾ, ਫਿਰ ਬੋਲਣ ਵਾਲਾ ਤਾਂ ਹੋ ਰਿਹਾ ਵਿੱਚ। ਕਬੀਰ ਵੀ ਕਹਿੰਦਾ ਹਮ ਜੋ ਪੁੱਜਿਆ ਬੁਝਣਾ ਪੂਰੀ ਭਰੀ ਬੁਲਾਏ। ਉਹ ਬੁਲਾਏ ਪੈ ਗਈ ਪੂਰੀ, ਬੁਲਾਉਣ ਵਾਲਾ ਕਹਿੰਦਾ ਬੋਲ। ਬਸ ਆਹੀ ਗੱਲ। ਉਹ ਪਰਮੇਸ਼ਰ ਹੀ ਹੈ ਪਿੱਛੇ, ਉਹ ਜਿਹੜਾ ਬੰਦਾ ਹੈ ਉਹ ਤਾਂ ਇਹਨੂੰ ਮੂਹਰੇ ਕੀਤਾ ਹੋਇਆ। ਹਾਂ, ਉਹਦਾ ਹੀ ਪਾਣ ਵਰਤਦਾ। ਉਹ ਪੜ੍ਹਾਈ ਤਾਂ ਉਹਨੇ ਕਰਾਉਣੀ ਹੈ, ਆਦਮੀ ਨੇ ਕਰਾਉਣੀ ਹੈ। ਆਦਮੀ ਤਾਂ ਆਪ ਕਰਨੀ ਸੀ, ਕਰ ਲਈ। ਠੀਕ ਹੈ। ਆਪਣਾ ਕਹਿਦਾ ਛਡਾਉਂਦਾ ਛਡਾ ਲਿਆ, ਪੜ੍ਹਾਈ ਕਰ ਲਈ। ਠੀਕ ਹੈ। ਬਾਕੀ ਤਾਂ ਉਹਦਾ ਕੰਮ, ਬਾਕੀ ਤਾਂ ਉਹਦਾ ਕੰਮ ਕਰਦਾ ਹੈ। ਇਹ ਸਟੂਡੈਂਟ ਹੈ, ਟੀਚਰ ਥੋੜੀ ਹੈ, ਸਟੂਡੈਂਟ ਹੈ, ਤਾਂ ਗੁਰੂ ਥੋੜੀ ਹੈ, ਇਹ ਤਾਂ ਸਿੱਖ ਹੈ। ਗੁਰੂ ਆਪਣਾ ਕੰਮ ਕਰਵਾ ਰਿਹਾ ਹੈ ਤੇ ਅਸਲ ਚ। ਠੀਕ ਹੈ ਜੀ। ਲੋਕ ਇੱਥੇ ਕਹਾਣੀ ਕਹਿਣ ਲੱਗ ਜਾਂਦੇ। ਠੀਕ ਹੈ ਜੀ। ब्रह्म ज्ञानी की कीमत ना है, ब्रह्म ज्ञानी के सगल मन माहे। ब्रह्म ज्ञानी की कीमत ना है। जब पहला आप परमेश्वर कहता तो सोने की कीमत की रहेगी। ब्रह्म ज्ञानी तो परमेश्वर कहता तो आप परमेश्वर, असल में गल है कि आप परमेश्वर ब्रह्म ज्ञानी है। जो संसार का ब्रह्म ज्ञानी है तो उसका बुलाया ही बोलता है। अरे उन्ना को बोलना सारे ज्ञानी है, ब्रह्म ज्ञान वाला है। देखो परमेश्वर वाला ਇਹਦਾ ਜਿੰਨਾ ਕੇ ਬੁਲਾਇਆ ਕਣਕਾ ਕੇ ਦਿੱਤਾ ਹੈ। ਕਣਕਾ ਇੱਕ ਚੀਜ਼ੀ ਮਿਸਾਲ ਉਹਦੇ ਬਹੁਤ ਹੋਰ ਜ਼ਿਆਦਾ ਸਭ ਆਏਗਾ ਉਹਦੇ ਵਰਗਾ ਹੀ, ਸਭ ਉਹਦੇ ਵਰਗਾ ਹੀ। ਹਾਂਜੀ, ਬ੍ਰਹਮ ਗਿਆਨੀ ਦੀ ਕੀਮਤ ਰਹੇ। ब्रह्म ज्ञानी के सगल मन माहे। पर ब्रह्म ज्ञानी के सगल मन माहे, सारी सृष्टि ज्ञानी के मन के पिछे ही है। जिन्हें लोग की जानकारी अंदर है ना, सगल मन माहे इन लोग का ज्ञात है। हाँ, सारी गल समझदा हो। ये जी खेड है सारी ना, उन्हें राम की राजा राम की कहानी बुझ ली। सगल मन माहे का मतलब ये है। ठीक है जी। ब्रह्म ज्ञानी का कौन जाने भेद ना, ब्रह्म ज्ञानी को सदा आदेश। ब्रह्म ज्ञानी का कौन जाने भेद, ब्रह्म ज्ञानी का, ब्रह्म ज्ञानी तो थले का अवस्था वाला कोई भेद नहीं जान सकता। पर ब्रह्म ज्ञानी की गल ब्रह्म ज्ञानी जाने कही हुई गल है। या तो ब्रह्म ज्ञानी हो गए ਉਹ ਇਹ ਜਿਹਾ ਹੀ ਹੋਵੇ ਤਾਂ ਉਹਦੀ ਗੱਲ ਜਾਣ ਸਕਦਾ, ਪਰ ਹੋਰ ਦੂਸਰਾ ਨਹੀਂ ਕੋਈ ਜਾਣਦਾ। ਕੌਣ ਜਾਣੇ ਭੇਦ। ਇਸ ਕਰਕੇ ਬ੍ਰਹਮ ਗਿਆਨੀ ਕੋ ਸਦਾ ਆਦੇਸ਼, ਬ੍ਰਹਮ ਗਿਆਨੀ ਕੋ ਤਾਂ ਸਦਾ ਆਦੇਸ਼। ਕੁਝ ਪਰਮੇਸ਼ਰ ਦਾ ਭੇਦ ਕੌਣ ਜਾਣ। ਅਸਲ ਚ ਇਸ ਤੋਂ ਬਾਅਦ ਪਰਮੇਸ਼ਰ ਦੀ ਗੱਲ ਚੱਲ ਪਈ। ਠੀਕ ਹੈ ਜੀ। ਜਦ ਕਹਿਤਾ ਨਾ ਬ੍ਰਹਮ ਗਿਆਨੀ ਆ ਪਰਮੇਸ਼ਰ, ਹਾਂਜੀ, ਇਸ ਤੋਂ ਬਾਅਦ ਫਿਰ ਪਰਮੇਸ਼ਰ ਦੀ ਗੱਲ ਚੱਲਦੀ ਹੈ। ਹਾਂਜੀ, ਇਸ ਤੋਂ ਬਾਅਦ ਪਰਮੇਸ਼ਰ ਦੀ ਗੱਲ, ਗਿਆਨੀ ਆਦਮੀ ਦੀ ਗੱਲ ਨਹੀਂ ਹੈ, ਉਹ ਬੰਦ ਹੋ ਗਈ ਪਿੱਛੇ। ਠੀਕ ਹੈ ਜੀ। ਉਹਦਾ ਜਦੋਂ ਆਤਮਕ ਰੂਪ ਤੇ ਗੱਲ ਆ ਗਈ ਤਾਂ ਜਦੋਂ ਪਰਮੇਸ਼ਰ ਦੀ ਗੱਲ ਸ਼ੁਰੂ ਹੋ ਗਈ, ਪਰਮੇਸ਼ਰ ਦੀ ਗੱਲ ਸ਼ੁਰੂ ਹੋ ਗਈ। ਠੀਕ ਹੈ ਜੀ। तो सदा आदेश तो सदा, तो सदा वो नहीं रहना। हम सदा तो परमेश्वर में रहना, इसे तो सदा रहना नहीं। क्या दिन तो सदा ही आदेश करना पड़ता है, करना योग है। हाँ जी। ब्रह्म ज्ञानी का कथया न जाए अध्याक्षर, ब्रह्म ज्ञानी सर्व का ठाकुर। ब्रह्म ज्ञानी का कथया न जाए अधाक्षर, अधाक्षर। ठीक है। अधाक्षर की आधा अक्षर आधा ब्रह्म जमा ज्ञानी तो ब्रह्म ज्ञानी बन गए। अच्छा जी।
ਉਹ ਬ੍ਰਹਮ ਗਿਆਨੀ ਦਾ ਅੱਧਾ ਹਿੱਸਾ ਜਿਹੜਾ ਆਤਮਾ ਹੀ ਨਹੀਂ ਕਤਲ ਹੋ ਸਕਦਾ। ਗਿਆਨੀ ਦਾ ਜੋ ਬਾਹਰ ਬੈਠਾ ਸਾਰੀ ਗੁਰਬਾਣੀ ਚ ਬ੍ਰਹਮ ਗਿਆਨੀ, ਸਾਰੇ ਵੇਦਾਂ ਚ ਬ੍ਰਹਮ ਦਾ ਕਥਨ ਕੀਤਾ। ਬ੍ਰਹਮ ਕੀ ਹੈ ਇਹ ਵੀ ਕਥਨ ਨਹੀਂ ਕੀਤਾ ਗਿਆ। ਤਾਂ ਜਿਹੜਾ ਗਿਆਨੀ ਵਾਲਾ ਚੈਪਟਰ ਉਹਦਾ ਛੇੜੇ ਕਿਸੇ ਨੇ ਵੀ ਪਰਮੇਸ਼ਰ ਨੂੰ ਗਿਆਨ ਕਿੰਨਾ ਹੈ ਇਹਦਾ ਚੈਪਟਰ ਛੇੜਿਆ ਜੋ ਅੱਧਾ ਆਖਰੇ ਕਥਨ ਨਹੀਂ ਹੋਇਆ ਕਿਸੇ ਤੇ ਅੱਜ ਤੱਕ। ਇੱਥੇ ਹੀ ਬ੍ਰਹਮਾ ਨੇ ਹੱਥ ਖੜੇ ਕਰਤੇ ਬੇਅੰਤ ਬੇਅੰਤ ਕਹਿ ਕੇ। ਅੱਧਾ ਅੱਖਰ ਹੈ ਲਫ਼ਜ਼ੇ। ਅੱਛਾ ਜੀ, ਮਤਲਬ ਬ੍ਰਹਮ ਗਿਆਨੀ 2 ਅੱਖਰ ਮੰਨਦੇ ਆ ਤੇ ਬ੍ਰਹਮ ਅੱਧਾ ਅੱਖਰ ਹੈ। ਹਾਂ ਬ੍ਰਹਮ ਅੱਧਾ ਗਿਆਨੀ ਬ੍ਰਹਮ ਕੱਲਾ ਵੀ ਗਾਇਆ ਹੋਇਆ ਹੈ, ਗਿਆਨੀ ਗਾਇਆ ਹੋਇਆ। ਹਾਂਜੀ, ਬ੍ਰਹਮ ਗਿਆਨੀ ਸਰਬ ਕਾ ਠਾकुर। ਬ੍ਰਹਮ ਗਿਆਨੀ ਤਾਂ ਸਰਬ ਕਾ ਠਾकुर ਹੈ, ਉਹਦਾ ਪਰਮੇਸ਼ਰ ਹੀ ਹੈ। ਇਹ ਅਸਲ ਦੇ ਵਿੱਚ ਜਿਹੜਾ ਜੀਵ ਸੀ ਨਾ ਪ੍ਰਭੂ, ਹਾਂਜੀ, ਪੂਰਨ ਬ੍ਰਹਮ ਹੋ ਕੇ ਜਦ ਇਹਨੂੰ ਗਿਆਨ ਕਰਾਇਆ ਆਤਮ ਗਿਆਨ, ਇਹਨੂੰ ਵੀ ਬ੍ਰਹਮ ਗਿਆਨੀ ਤਾਂ ਕਹਿੰਦਾ। ਆਤਮ ਗਿਆਨੀ ਅਸਲ ਵਿੱਚ ਇਹਨੂੰ ਆਤਮ ਗਿਆਨੀ ਕਹਿਣਾ ਚਾਹੀਦਾ। ਬ੍ਰਹਮ ਗਿਆਨੀ ਤਾਂ ਪਰਮੇਸ਼ਰ ਹੈ। ਆਤਮ ਗਿਆਨੀ ਹੈ, ਆਤਮ ਗਿਆਨੀ ਵੀ ਕਹਿ ਸਕਦੇ ਇਹਨੂੰ, ਬ੍ਰਹਮ ਗਿਆਨੀ ਵੀ ਕਹਿ ਸਕਦੇ, ਪਰ ਪਰਮੇਸ਼ਰ ਵਰਗਾ ਬ੍ਰਹਮ ਗਿਆਨੀ ਨਹੀਂ ਹੈਗਾ। ਇਹ ਸਿਰਫ ਆਤਮ ਬਾਰੇ ਜਾਣਦਾ। ਠੀਕ ਹੈ ਜੀ, ਠੀਕ ਹੈ ਜੀ। ब्रह्म ज्ञानी की मित कौन बखाने, ब्रह्म ज्ञानी की गत ब्रह्म ज्ञानी जाने। आप आगे ना गल। हाँ जी, ब्रह्म ज्ञानी की मित कौन बखाने, ब्रह्म ज्ञानी ने मन विच की है, ब्रह्म ज्ञानी ने मन विच की है कौन दसे, नहीं दस सकता कौन। ब्रह्म ज्ञानी की गत्ता ब्रह्म ज्ञानी आप ही जानता। तुमरी गतवंत तुमरी जानी, नानक दास सदा कुर्बान। ਉਹ ਪਰਮੇਸ਼ਰ ਦੀ ਕਰਤਾ ਪਰਮੇਸ਼ਰ ਹੀ ਜਾਣਦਾ ਆਪੇ। ਇਹ ਜਿਹੜਾ ਗਿਆਨੀ ਸਾਰੀ ਆਤਮ ਗਿਆਨੀ ਇਹਨੂੰ ਤਾਂ ਜਿੰਨਾ ਕੁ ਬੁਲਾਇਆ ਬੋਲਤਾ, ਇਹ ਨਹੀਂ ਜਾਣਦਾ ਸਾਰੀ ਉਹਦੀ ਗੱਤ, ਇਹ ਨਹੀਂ ਉਹਦੀ ਜਾਣਦਾ ਉਹਦੇ ਮਨ ਚ ਕੀ ਹੈ। ਹਾਂਜੀ, ਅੱਛਾ, ਜਿਹੜਾ ਉੱਪਰ ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨੇ ਇਹ ਹੈਗਾ ਪਰਮੇਸ਼ਰ, ਤੇ ਥੱਲੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਇਹ ਜਿਹੜਾ ਆਤਮ ਗਿਆਨੀ ਹੈ। ਇਹ ਵੀ ਪਰਮੇਸ਼ਰ ਹੈ। ਅੱਛਾ ਜੀ, ਠੀਕ ਹੈ ਜੀ। ਬ੍ਰਹਮ ਗਿਆਨੀ ਜਾਣੇ ਉਹ ਆਪਣੀ ਗਤ, ਉਹ ਆਪਣੇ ਆਪੇ ਜਾਣਦਾ। ਤੁਮਰੀ ਗਤ ਤੁਮਰੀ ਜਾਣੀ ਕਹਿੰਦਾ ਨਾ। ਠੀਕ ਹੈ ਜੀ, ਠੀਕ ਹੈ ਜੀ। ਹਾਂ, ਤੁਮਰੀ ਗਤ ਤੁਮਰੀ ਜਾਣੀ, ਨਾਨਕ ਦਾ ਸਦਾ ਨਾਨਕ ਬ੍ਰਹਮ ਗਿਆਨੀ ਹੈ, ਨਾਨਕ ਦਾ ਕਹਿ ਰਿਹਾ। ਹਾਂ, ਠੀਕ ਹੈ, ਤੂੰ ਬ੍ਰਹਮ ਗਿਆਨੀ ਹੈ, ਤੇਰੀ ਗੱਲ ਤੂੰ ਜਾਣਦਾ। हाँ जी, ब्रह्म ज्ञानी का अंत न पार, नानक ब्रह्म ज्ञानी को सदा नमस्कार। ब्रह्म ज्ञानी का अंत पार है ही नहीं, इस करके ज्ञानी को सदा नमस्कार है। ब्रह्म ज्ञानी सर्व सृष्टि का करता, ब्रह्म ज्ञानी सर्व जीवे नहीं मरता। आ गल सारी जी कहती ब्रह्म ज्ञानी वो है जिन्हें सृष्ट बनाई है। ਜਿਹੜਾ ਆਦਮੀ ਬ੍ਰਹਮ ਗਿਆਨੀ ਹੋਇਆ ਉਹਨੇ ਤਾਂ ਸ੍ਰਿਸ਼ਟ ਪੈਦਾ ਨਹੀਂ ਕੀਤੀ। ਅਸਲੀ ਬ੍ਰਹਮ ਗਿਆਨੀ ਤਾਂ ਉਹੀ ਹੈ, ਹੁਕਮ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਬ੍ਰਹਮ ਗਿਆਨੀ ਉਹ ਹੈ। सगले सृष्टि का करता, ब्रह्म ज्ञानी सत जीवे नहीं मरता। सत जीवे वो सृष्टि पैदा करने तो पहला, पैदा होने तो पहला भी जिंदा सी, हुण भी जिंदा है, बाद च भी जिंदा रहना उहने। जिहड़ा सारी ब्रह्म ज्ञानी आत्म ज्ञानी उसका जपना बनता रहा।
ਹਾਂਜੀ ਦੋਹਾਂ ਬ੍ਰਹਮ ਗਿਆਨੀਆਂ ਦਾ ਫਰਕ ਦੱਸਿਆ ਦੋ ਬੰਦਿਆਂ ਚ। ਹੁਣ ਅੱਛਾ ਜੀ। ਪਿਛਲਿਆਂ ਚ ਜਿਹੜਾ ਪਹਿਲਾਂ ਬ੍ਰਹਮ ਗਿਆਨੀ ਲੈ ਕੇ ਚੱਲੇ ਤੇ ਹਰ ਪਰਮੇਸ਼ਰ ਗਿਆਨੀ ਕਹਿ ਕੇ ਦੋਹਾਂ ਦਾ ਫਰਕ ਦੱਸਿਆ। ਠੀਕ ਹੈ ਜੀ। ਹਾਂ ਹਾਂਜੀ। ब्रह्म ज्ञानी मुक्त युक्त जी का दाता ब्रह्म ज्ञानी पूर्ण पुरुष विधाता। ਮੁਕਤੀ ਸਾਨੂੰ ਤਾਂ ਸਿੱਖ ਤਾਂ ਮੁਕਤੀ ਪਹਿਲਾਂ ਚਾਹੁੰਦਾ ਹੈ, ਚਾਰ ਪਦਾਰਥ ਜੇ ਕੋ ਮੰਗੇ। ਉਹ ਜਿਹੜਾ ਮੁਕਤ ਜੁਗਤ ਦਾ ਦਾਤਾ ਹੈ ਉਹ ਬ੍ਰਹਮ ਗਿਆਨੀ ਹੈ। ਜਿਹੜਾ ਪੁਰਖ ਦਾ ਵੀ ਭਾਵੇਂ ਉਸ ਪਿੱਛੋਂ ਬ੍ਰਹਮ ਗਿਆਨੀ ਕਹਿਤਾ, ਪਰ ਇੱਥੇ ਆ ਕੇ ਤਾਂ ਫਰਕ ਪੈ ਗਿਆ ਨਾ ਹੁਣ। ठीक है जी। ਮੁਕਤ ਜੁਗਤ ਜੀ ਦਾ ਦਾਤਾ ਨਹੀਂ ਹੈ, ਇਹ ਦੱਸ ਸਕਦਾ ਜੁਗਤੀ ਦਾਤਾ ਨਹੀਂ ਹੈ। ਮੁਕਤੀ ਦੱਸ ਸਕਦਾ, ਦੇ ਨਹੀਂ ਸਕਦਾ। दाता राम है, सबको दाता राम। राम जो दाता मुक्त का। हाँ जी। ब्रह्म ज्ञानी पूर्ण पुरुष विधाता। पूर्ण पुरुष विधाता है उसका, पूर्ण पुरुष है विधाता है। जमना मरदा नहीं है, कदे जमे मरे ही नहीं होता। हाँ जी। ब्रह्म ज्ञानी अनाथ का नाथ ब्रह्म ज्ञानी का सब ऊपर हाथ। अनाथ का नाथ है वो, अनाथ का नाथ है, अनाथ का। ये दुनिया में जो अनाथ कहते हैं ना, अनाथ ये अनाथ है, पूरा भी नाथ है। सारी दुनिया कही जावे अनाथ है ये, और परमेश्वर ਉਹਦਾ नाथ हैगा। लोगों को नहीं पता होगा। ਇਹਦਾ मतलब अनाथ कोई भी नहीं है संसार च। ये अनाथ आश्रम ਜਿਹੜੇ ਬਣਾਏ ਨੇ ਪਾਗਲਾਂ ਨੇ ਬਣਾਏ ਨੇ, ਸੰਸਕਾਰੀਆਂ ਨੇ ਬਣਾਏ ਨੇ, ਅਗਿਆਨੀਆਂ ਨੇ ਬਣਾਏ ਨੇ ਅਨਾਥਾਂ ਦੇ। नाथ कोई भी नहीं, परमेश्वर शब्द है। वो आप नाथ बने ने, आप दाता बने हुए ना। हाँ देखो नाथ कहिए गुरबाणी कितने गए आश्रम बनाई बैठे ने, अपने आप को भगत कहते थे। पंक्ति पढ़ी नहीं है, ये ना कोई है नहीं है, क्योंकि परमेश्वर हैगा। और जेडे आप बने थे उन्होंने नाथ उनको चक्की पी के मजदूरी करके रिक्शा चला के निकला में करोड़ा रुपये इकट्ठे की पहुंचा करते रहे उन्होंने सत्ते नाथा अनाथ तुसी सी तेरह दे सत्ते खाधे। अनाथ आश्रम खोल के उन्होंने सत्ता खाधे ने, उन्होंने कहते ने अनाथ ने, उन्होंने नौते डोनेशन लेते ने। ठीक है। अनाथ तुसी होए को होए, सच कहा है तो काफड़ बचूगा। नवे नवे पखंड बढ़ाए ने डोनेशन इकट्ठिया करने वास्ते, गुणा इकट्ठी करने वास्ते। ये नवी टेक्निका बुगड़ दिया बनाइया ने सिखाने की सिक्खी दे उत्ते। ठीक है। कि मैं माया इकट्ठी करनी है, कि मैं अच्छा कर दी। हाँ जी। ब्रह्म ज्ञानी का सब ऊपर हाथ। ब्रह्म ज्ञानी परमेश्वर का सारे ते हथ है। नाथ कौन होया, ਉਹਦਾ सब ते हथ है। और तेरे ते भी ਉਹਦਾ हथ है, हथ भी हथ है। नाथ वास्ते मिलता है लोगों को, तैनू नहीं मिलता, तू वो चो फल। ਉਹ ਮਿਲਦਾ ਗੁਰੂ ਦੇ ਨਾਮ ਤੇ ਕਾਰ ਸੇਵਾ ਨੂੰ, ਪੈਟਰੋਲ ਤੇਰੀ ਗੱਡੀ 'ਚ ਫੁਕਦਾ। ਤੇਰੀ ਗੱਡੀ ਦੇ ਪੈਟਰੋਲ ਨੂੰ ਤਾਂ ਕੋਈ ਦਿੰਦਾ ਨਹੀਂ। ਏਦਾਂ ਹੀ ਹੈ ਲੋਕ,
ਕਾਰ ਸੇਵਾ ਕਰਦੇ ਨੇ ਤੇ ਘਰ ਰਹਿੰਦੇ ਕੀ ਹਾਲਤ ਰਹਿੰਦੀ ਪਤਾ ਲੱਗ ਜਾਂਦਾ। ਰੋਟੀ ਕਿਵੇਂ ਟੁੱਟੀ, ਮਿੱਟੀ ਟੁੱਟੀ ਹੋਈ ਹੁੰਦੀ, ਪੈਦਲ ਚੱਲਦੇ। ਹਾਂਜੀ। ब्रह्म ज्ञानी का सगल आकार। ਸਾਰਾ ਆਕਾਰ ਉਹਦਾ ਹੀ ਹੈ। ਚੰਦ ਸੂਰਜ ਧਰਤੀਆਂ ਸਾਰੀਆਂ ਉਹ ਮਾਲਕ ਉਹੀ ਹੈ। ਬ੍ਰਹਮ ਗਿਆਨੀ ਹੋਰ ਕੌਣ ਮਾਲਕ? ठीक है जी। ब्रह्म ज्ञानी आप निरंकार। ब्रह्म ज्ञानी का आप निरंकार है, निराकार है। आप सगल आकार होता है पर फिर भी आप निरंकार है, निराकार है। मालक निराकार है, मालक सारे आकार का आप है। ऐसे राजे मालक बने बैठे में ताही क्या है। फिर भूपत सब विचार के झूठे कत दिवाजा दावे करते हैं फिर राजी मालक निरंकार है, सारा आकार होता है। फिर भी असी है। हाँ जी। हाँ जी। ब्रह्म ज्ञानी आप निरंकार। ब्रह्म ज्ञानी का आप निरंकार है। वो आकार को रहता है, सचखंड बसता है, सचखंड बसे निरंकार। कर कर वेखे नजर निहाल। सारे से कृपा करके देख रहे हैं, सारे से कृपा कर रहे हैं। कृपा की दृष्टि में भी रहे, निहाल भी हो रहे। हाँ जी। ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी। ब्रह्म ज्ञानी की शोभा ब्रह्म ज्ञानी बनी। ब्रह्म ज्ञानी की जी शोभा सी उसे ने ब्रह्म ज्ञानी का रूप धारण किया है, जो संसार का ब्रह्म ज्ञानी। उसकी शोभा सी ब्रह्म ज्ञानी की होनी, तो ब्रह्म ज्ञानी बन गया, रूप धारण कर गया। वो जो संसार का ब्रह्म ज्ञानी है, तो ब्रह्म ज्ञानी की शोभा ही है। शोभा ही करता ब्रह्म ज्ञानी, परमेश्वर भी और की करता। ज्ञानी की शोभा ब्रह्म ज्ञानी बनी, वो ब्रह्म ज्ञानी की शोभा ज्ञानी का रूप धारण किया। ब्रह्म ज्ञानी सारे मालक है, सारे धनी है, धनी मालक कहते। अच्छा जी, ठीक है जी। महाराज धनी कहते मालक। हाँ जी, हाँ जी।